ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਆਪਾਂ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਜੀ ਰਹਿਮਤ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ, ਕੋਈ ਰਸਨਾ ਸਖਣੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਦੂਜੇ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ। ਮਨ ਬਿਸਾਸ ਪਾਇਓ ਗਹਿਰ ਗੋ ਹਜ਼ਰਤ ਦਿਓ। ਗਰਲ ਨਾਸ ਤਨ ਨਠਿਓ ਅਮਿਓ ਅੰਤਰਗਤ ਪੀਓ। ਜਿਸ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸੋਈਏ ਮਹਿਲੇ ਦੂਜੇ ਕੇ ਸਿਰਲੇਖ ਹੇਠ ਭੱਟ ਕਲ ਸਹਾਰ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1392 ਦੇ ਉੱਪਰ ਸੁਭਾਇਮਾਨ ਹੈ ਤੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਅੱਜ ਭੱਟ ਕਲ ਸਹਾਰ ਜੀ ਉਸੇ ਲੜੀ ਦੇ ਵਿੱਚ ਆਪਣੇ ਬਚਨ ਫਿਰ ਉਹਨਾਂ ਉਚਾਰਨ ਜਿਹੜੇ ਕੀਤੇ ਭਾਈ ਲਹਿਣਾ ਜੀ ਦੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਵਡਿਆਈ ਸ਼ੋਭਾ ਉਚਾਰਨ ਕਰਦੇ ਨੇ। ਤੇ ਉਹਨਾਂ ਸਤਿਗੁਰੂ ਜੀ ਦੀ ਸ਼ੋਭਾ ਕਰਦਿਆਂ ਹੋਇਆਂ ਸਭ ਤੋਂ ਪਹਿਲਾਂ ਜ਼ਿਕਰ ਕੀਤਾ ਮਨ ਵਿਸਾਸ ਪਾਇਓ। ਮਨ ਦੇ ਵਿੱਚ ਵਿਸਾਸ ਦਾ ਆ ਜਾਣਾ। ਵਿਸਾਸ ਦੇ ਅਰਥ ਦੋ ਤਰੀਕਿਆਂ ਨਾਲ ਕੀਤੇ ਜਾਂਦੇ ਨੇ, ਇੱਕ ਸ਼ਰਧਾ ਤੇ ਇੱਕ ਵਿਸ਼ਵਾਸ, ਟਰਸਟ। ਦੋਨਾਂ ਚੀਜ਼ਾਂ ਦਾ ਹੀ ਹੋਣਾ ਲਾਜ਼ਮੀ ਹੈ। ਟਰਸਟ ਹੋਣਾ ਵੀ ਜ਼ਰੂਰੀ ਹੈ ਤੇ ਸ਼ਰਧਾ ਹੋਣੀ ਵੀ ਜ਼ਰੂਰੀ ਹੈ। ਤੇ ਇੱਕ ਖਿਆਲ ਕਰੀਏ, ਸ਼ਰਧਾ ਹੋਏਗੀ ਫੇਰ ਹੀ ਭਰੋਸਾ ਵੱਜੇਗਾ, ਵਿਸ਼ਵਾਸ ਫੇਰ ਹੀ ਵੱਜੇਗਾ। ਜੇ ਸ਼ਰਧਾ ਨਹੀਂ ਤੇ ਖਿਆਲ ਕਰਿਓ ਸ਼ਾਇਦ ਭਰੋਸਾ ਵੀ ਨਾ ਵੱਜੇ, ਵਿਸ਼ਵਾਸ ਵੀ ਨਾ ਵੱਜੇ। ਜਿਸ ਦੇ ਪ੍ਰਤੀ
ਅਸੀਂ ਸ਼ਰਧਾ ਦੀ ਜਗ੍ਹਾ ਅਸ਼ਰਧਾ ਜਾਂ ਮਨ ਵਿੱਚ ਸ਼ੰਕੇ ਪੈਦਾ ਕਰਨ ਲੱਗ ਜਾਈਏ ਨਾ, ਤੇ ਉਹਦੇ ਉੱਤੇ ਸਾਡਾ ਭਰੋਸਾ ਵੀ ਡਾਵਾਂਡੋਲ ਹੋ ਜਾਂਦਾ ਹੈ। ਬਹੁਤਾ ਚਿਰ ਵਿਸ਼ਵਾਸ ਰਹਿੰਦਾ ਨਹੀਂ। ਫਿਰ ਵਿਸ਼ਵਾਸ ਦੇ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਅਸੀਂ ਖੁਦ ਆਪ ਹੀ ਚੁੱਕਣ ਲੱਗ ਜਾਂਦੇ ਹਾਂ, ਜੋ ਸਾਡੇ ਅੰਦਰੋਂ ਸਾਡਾ ਮਨ ਆਪਣੇ ਆਪ ਉਹਨਾਂ ਸਵਾਲਾਂ ਨੂੰ ਪੈਦਾ ਕਰਦਾ। ਜਿੰਨਾ ਚਿਰ ਸ਼ਰਧਾ ਹੈ ਉਨਾ ਚਿਰ ਹੀ ਟਰਸਟ ਹੈ, ਉਨਾ ਚਿਰ ਹੀ ਵਿਸ਼ਵਾਸ ਹੈ। ਜਿੱਦਣ ਸ਼ਰਧਾ ਮੁੱਕ ਗਈ, ਖਿਆਲ ਕਰੇ, ਉਦਣ ਭਰੋਸਾ ਟੁੱਟ ਜਾਏਗਾ। ਤੇ ਸਤਿਗੁਰੂ ਜੀ ਨੇ ਜ਼ਿਕਰ, ਜੋ ਅੱਜ ਗੁਰੂ ਸਾਹਿਬ ਦੀ ਵਡਿਆਈ ਵਿੱਚ ਭੱਟ ਕਲ ਸਹਾਰ ਜੀ ਨੇ ਜ਼ਿਕਰ ਕੀਤਾ, ਹੁਣ ਇਹਦੇ ਅਰਥ ਵੀ ਦੋ ਤਰੀਕਿਆਂ ਨਾਲ ਕੀਤੇ ਜਾਂਦੇ। ਕਹਿੰਦੇ ਮੈਨੂੰ ਮਨ ਵਿੱਚ ਵਿਸ਼ਵਾਸ ਆ ਗਿਆ, ਪੱਕਾ ਹੋ ਗਿਆ ਮੇਰੇ ਮਨ ਵਿੱਚ ਵਿਸ਼ਵਾਸ। ਇੱਕ ਤੇ ਅਰਥ ਇਹ ਹੈ ਮਨ ਵਿਸ਼ਵਾਸ ਪਾਇਓ, ਵੀ ਮੈਂ ਮਨ ਵਿੱਚ ਵਿਸ਼ਵਾਸ ਪੱਕਾ ਕੀਤਾ ਹੈ, ਪਾ ਲਿਆ ਮੈਂ ਵਿਸ਼ਵਾਸ। ਤੇ ਜਿਹੜੇ ਦੂਜੇ ਤਰੀਕੇ ਦੇ ਨਾਲ ਅਰਥ ਨੇ ਉਹ ਇਸ ਢੰਗ ਨਾਲ ਵੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ, ਜਦੋਂ ਤੁਹਾਡੇ ਮਨ ਦੇ ਅੰਦਰ ਸ਼ਰਧਾ ਪੈਦਾ ਹੋਈ, ਭਾਈ ਲਹਿਣਾ ਜੀ, ਜਦੋਂ ਤੁਹਾਡੇ ਮਨ ਦੇ ਅੰਦਰ ਸ਼ਰਧਾ ਪੈਦਾ ਹੋਈ, ਤੁਹਾਡੇ ਮਨ ਦੇ ਅੰਦਰ ਪ੍ਰੇਮ ਪੈਦਾ ਹੋਇਆ, ਤੁਹਾਡੇ ਮਨ ਦੇ ਅੰਦਰ ਭਾਵਨਾਵਾਂ ਗੁਰੂ ਨਾਨਕ ਸਾਹਿਬ ਦੇ ਪ੍ਰਤੀ ਪੈਦਾ ਹੋਈਆਂ, ਤੇ ਗਹਿਰ ਗਾਹੋ ਹਦਰਥ ਦੀਓ, ਉਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਜਿਹੜੇ ਬੜੀ ਹੀ ਡੂੰਘੀ ਪਹੁੰਚ ਦੇ ਮਾਲਕ ਨੇ, ਗਹਿਰ ਪਹੁੰਚ ਦੇ ਮਾਲਕ ਨੇ, ਤੇ ਉਹਨਾਂ ਨੇ ਤੁਹਾਡਾ ਹੱਥ ਜਿਹੜਾ ਨਾ ਉਹ ਪਕੜਿਆ, ਤੇ ਉਹਨਾਂ ਨੇ ਤੁਹਾਨੂੰ ਪਕੜ ਕੇ, ਤੁਹਾਡੇ ਹੱਥ ਨੂੰ ਪਕੜ ਕੇ, ਹਦਰਥ ਦਾ ਜਿਹੜਾ ਇੱਥੇ ਅਰਥ ਕੀਤਾ ਗਿਆ, ਉਹਦਾ ਅਰਥ ਕੀਤਾ ਗਿਆ ਹਜ਼ਰਤ ਗੁਰੂ ਨਾਨਕ ਸਾਹਿਬ। ਇਹ ਲਫ਼ਜ਼ ਹਜ਼ਰਤ ਜਦੋਂ ਹਦਰਥ ਦੇ ਅੱਖਰੀ ਅਰਥ ਕਰਾਂਗੇ ਤੇ ਹਜ਼ਰਤ ਬਣਦਾ ਹੈ। ਹੁਣ ਹਜ਼ਰਤ ਲਫ਼ਜ਼ ਇੱਥੇ ਵਰਤਿਆ ਜਾ ਰਿਹਾ ਗੁਰੂ ਨਾਨਕ ਸਾਹਿਬ ਦੇ ਲਈ, ਵੀ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਖੁਦ ਪਰਮੇਸ਼ਵਰ ਸਰੂਪ ਨੇ, ਜਿਨ੍ਹਾਂ ਨੇ ਖੁਦ ਪਰਮੇਸ਼ਵਰ ਦਾ ਜਿਹੜਾ ਇਕਮਿਕਤਾ ਪਰਮੇਸ਼ਵਰ ਦੇ ਅੰਦਰ, ਲੀਨਤਾ ਪਰਮੇਸ਼ਵਰ ਦੇ ਅੰਦਰ ਜਿਨ੍ਹਾਂ ਹਾਸਲ ਕੀਤੀ। ਭਾਈ ਲਹਿਣਾ ਜੀ, ਜਦੋਂ ਤੁਸੀਂ ਆਪਣੇ ਮਨ ਦੇ ਵਿੱਚ ਸ਼ਰਧਾ ਪੈਦਾ ਕੀਤੀ ਉਸ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਤੀ, ਪ੍ਰੇਮ ਪੈਦਾ ਕੀਤਾ ਗੁਰੂ ਨਾਨਕ ਸਾਹਿਬ ਦੇ ਪ੍ਰਤੀ, ਤੇ ਉਹੀ ਗੁਰੂ ਨਾਨਕ ਸਾਹਿਬ ਜੀ ਨੇ ਆਪ ਜੀ ਨੂੰ ਉਸ ਗਹਿਰ ਗੰਭੀਰ ਪਰਮਾਤਮਾ ਦੇ ਨਾਲ ਮਿਲਾ ਦਿੱਤਾ, ਤੁਹਾਡੀ ਪਹੁੰਚ ਉੱਥੋਂ ਤੱਕ ਕਰਵਾਤੀ। ਹੁਣ ਇੱਥੇ ਥੋੜਾ ਜਿਹਾ ਤਵੱਜੋ ਦੇ ਕੇ ਸਮਝਿਓ, ਕਿਉਂਕਿ ਵਡਿਆਈ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਹੈ, ਤੇ ਸਭ ਤੋਂ ਪਹਿਲਾਂ ਮਨ ਦੇ ਵਿੱਚ ਸ਼ਰਧਾ ਦਾ ਹੋਣਾ ਵੀ ਲਾਜ਼ਮੀ ਹੈ, ਮਨ ਦੇ ਅੰਦਰ ਵਿਸ਼ਵਾਸ ਦਾ ਹੋਣਾ ਵੀ ਲਾਜ਼ਮੀ ਹੈ। ਸ਼ਾਇਦ ਪਹਿਲਾਂ ਵੀ ਤੁਹਾਡੇ ਸਨਮੁਖ ਮੈਂ ਇਹ ਬੇਨਤੀ ਕੀਤੀ ਸੀ ਕਿ ਜਦੋਂ ਨਾ ਭਾਈ ਲਹਿਣਾ ਜੀ ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਸਾਹਿਬ ਲੈਂਦੇ, ਤੇ ਉਹਨਾਂ ਪ੍ਰੀਖਿਆਵਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੀਖਿਆਵਾਂ ਗੁਰੂ ਨਾਨਕ ਸਾਹਿਬ ਨੇ ਲਈਆਂ, ਜਿਵੇਂ ਘਾਹ ਜਿਹੜਾ ਉਹ ਵੱਢ ਕੇ ਚਿੱਕੜ ਨਾਲ ਭਰਿਆ ਹੋਇਆ, ਉਹਦੀਆਂ ਪੰਡਾਂ ਬਣਾ ਕੇ ਭਾਈ ਲਹਿਣੇ ਦੇ ਸਿਰ ਉੱਤੇ ਚੁਕਵਾ ਦੇਣੀਆਂ, ਧਰਮਸ਼ਾਲਾ ਦੇ ਵਿੱਚੋਂ ਮਰੀ ਹੋਈ ਚੂਹੀ ਨੂੰ ਚੁੱਕ ਕੇ ਬਾਹਰ ਸੁੱਟਣਾ, ਜਾਂ ਛੱਪੜ ਦੇ ਵਿੱਚ ਲੋਟੇ ਦਾ ਸੁੱਟ ਦੇਣਾ, ਉਹਨੂੰ ਛੱਪੜ ਵਿੱਚੋਂ ਕੱਢ ਕੇ ਲੈ ਕੇ ਆਉਣਾ। ਏਦਾਂ ਦੀਆਂ ਕਈ ਪ੍ਰੀਖਿਆਵਾਂ ਭਾਈ ਲਹਿਣਾ ਜੀ ਦੀਆਂ ਗੁਰੂ ਨਾਨਕ ਸਾਹਿਬ ਨੇ ਲਈਆਂ। ਔਰ ਇਹ ਪ੍ਰੀਖਿਆਵਾਂ ਕੱਲੀਆਂ ਭਾਈ ਲਹਿਣਾ ਜੀ ਦੀਆਂ ਨਹੀਂ ਸੀ, ਭਾਈ ਲਹਿਣਾ ਜੀ ਦੇ ਨਾਲ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਦੋਵਾਂ ਸੁਪੁੱਤਰਾਂ ਦੀਆਂ ਵੀ ਪ੍ਰੀਖਿਆਵਾਂ ਸਨ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਦੀਆਂ। ਬਸ ਬਾਤ ਇੰਨਾ ਹੈ ਕਿ ਲਖਮੀ ਦਾਸ ਤੇ ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਜਿਹੜੇ ਉਹਨਾਂ ਨੂੰ ਮੰਨਣੋਂ ਇਨਕਾਰ ਕਰਕੇ, ਤੇ ਉਹ ਇਹੀ ਕਹਿੰਦੇ ਰਹੇ ਵੀ ਨੀਵੀਂ ਜਾਤ ਵਾਲਾ ਕੋਈ ਸੱਦ ਕੇ, ਜਾਂ ਸਮਾਜ ਦੇ ਅੰਦਰ ਜਿਹੜੇ ਇਹਨਾਂ ਕਾਰਜਾਂ ਵਾਸਤੇ ਮੌਜੂਦ ਨੇ ਉਹਨਾਂ ਨੂੰ ਸੱਦ ਕੇ ਤੇ ਆਪਾਂ ਇਹ ਕਾਰਜ ਕਰਵਾ ਲੈਂਦੇ ਹਾਂ। ਜਿਵੇਂ ਮਰੀ ਹੋਈ ਚੂਹੀ ਨੂੰ ਧਰਮਸ਼ਾਲਾ ਚੋਂ ਚੁੱਕ ਕੇ ਸੁੱਟਣਾ, ਤੇ ਬਾਬਾ ਲక్ష్ਮੀ ਦਾਸ ਤੇ ਬਾਬਾ ਸ਼੍ਰੀ ਚੰਦ ਜੀ ਨੇ ਸਾਫ਼ ਇਨਕਾਰ ਕੀਤਾ ਵੀ ਆਪਾਂ ਕਿਸੇ ਨੂੰ ਸੱਦ ਕੇ ਕੱਢ ਲੈਨੇ ਆ, ਕਢਵਾ ਲੈਨੇ ਆ। ਜਾਂ ਜਿਹੜਾ ਛੱਪੜ ਵਿੱਚ ਲੋਟਾ ਸੁੱਟਣਾ, ਤੇ ਉਧਰੋਂ ਵੀ ਉਹ ਜਦੋਂ ਕੱਢਣ ਵਾਸਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੱਲੋਂ ਆਖਣਾ, ਤੇ ਫਿਰ ਕਹਿਣਾ ਵੀ ਪਿਤਾ ਜੀ ਆਪਾਂ ਲੋਟਾ ਇਹੀ ਕਿਉਂ ਕੱਢਣਾ, ਆਪਾਂ ਨਵਾਂ ਲੈ ਆਉਨੇ ਆ, ਤੇ ਜੇ ਇਹ ਲੋਟਾ ਕੱਢਣਾ ਤੇ ਆਪਾਂ ਕਿਸੇ ਹੋਰ ਨੂੰ ਸੱਦ ਕੇ, ਤੇ ਜਿਹੜਾ ਇਹ ਕਾਰਜ ਕਰ ਸਕਦਾ ਉਹਨੂੰ ਸੱਦ ਕੇ ਲੋਟਾ ਕਢਵਾ ਲੈਨੇ। ਜਾਂ ਜਦੋਂ ਪੰਡਾਂ ਚੁੱਕਣ ਦੀ ਵਾਰੀ ਆਉਂਦੀ, ਜਾਂ ਹੋਰ ਕਈ ਤਰ੍ਹਾਂ ਦੇ ਕਰਮ ਨੇ ਜਿਹੜੀਆਂ ਪ੍ਰੀਖਿਆਵਾਂ ਗੁਰੂ ਨਾਨਕ ਸਾਹਿਬ ਨੇ ਲਈਆਂ,
ਤੇ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਹਰ ਪ੍ਰੀਖਿਆ ਤੋਂ ਇਨਕਾਰੀ ਹੁੰਦੇ ਰਹੇ। ਪ੍ਰੀਖਿਆ ਤੇ ਕੱਲੀ ਭਾਈ ਲਹਿਣੇ ਦੀ ਨਹੀਂ ਸੀ, ਬਕਾਇਦਾ ਉਹਨਾਂ ਦੀ ਸੀ। ਜਾਂ ਇਉਂ ਕਹਿ ਸਕਦੇ ਆ ਵੀ ਸਮਾਜ ਦੇ ਅੰਦਰ ਜਾਂ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਂ ਪਰਿਵਾਰ ਦੇ ਵਿੱਚ ਕਿਸੇ ਤਰ੍ਹਾਂ ਦਾ ਇਤਰਾਜ਼ ਨਾ ਹੋਵੇ ਵੀ ਜਿੱਦਣ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਦੇ ਉੱਤੇ ਬਿਠਾਉਣਾ ਹੈ, ਗੁਰਤਾ ਗੱਦੀ ਉੱਤੇ ਸੁਭਾਏਮਾਨ ਕਰਨਾ ਹੈ, ਤੇ ਉਸ ਦਿਨ ਸਮਾਜ ਵੱਲੋਂ ਚੁੱਕੇ ਗਏ ਹਰ ਸਵਾਲ ਦਾ ਜਵਾਬ ਵੀ ਗੁਰੂ ਨਾਨਕ ਸਾਹਿਬ ਇਹਨਾਂ ਪ੍ਰੀਖਿਆਵਾਂ 'ਚ ਰੱਖ ਰਹੇ ਨੇ। ਵੀ ਕੱਲ ਨੂੰ ਜੇ ਕੋਈ ਪੁੱਛਦਾ ਵੀ ਤੁਸੀਂ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਤੇ ਕਿਉਂ ਬਿਠਾਇਆ, ਜਾਂ ਭਾਈ ਲਹਿਣਾ ਜੀ ਨੂੰ ਆਪਣੀ ਜੋਤ ਦੇ ਕੇ ਕਿਉਂ ਨਿਵਾਜਿਆ, ਤੇ ਉਹਨਾਂ ਦਾ ਇੱਕ ਜਵਾਬ ਵੀ ਇਹ ਸੀ ਵੀ ਭਾਈ ਲਹਿਣਾ ਜੀ ਨੂੰ ਹਰ ਪ੍ਰੀਖਿਆ ਵਿੱਚ ਖਰੇ ਉਤਰਦੇ ਰਹੇ, ਤੇ ਉਹ ਪ੍ਰੀਖਿਆ ਜਿਹੜੀ ਗੁਰੂ ਨਾਨਕ ਸਾਹਿਬ ਨੇ ਪਾਉਣੀ ਭਾਈ ਲਹਿਣਾ ਜੀ ਉਸ ਕਰਮ ਨੂੰ ਬਖੂਬੀ ਕਮਾਉਂਦੇ ਰਹੇ, ਗੁਰੂ ਨਾਨਕ ਸਾਹਿਬ ਦਾ ਹੁਕਮ ਮੰਨਦਿਆਂ ਹੋਇਆਂ। ਤੇ ਗੁਰੂ ਨਾਨਕ ਪਾਤਸ਼ਾਹ ਦੇ ਹੁਕਮ ਨੂੰ ਮੰਨਦਿਆਂ ਜਦੋਂ ਉਹਨਾਂ ਪ੍ਰੀਖਿਆਵਾਂ ਦਿੱਤੀਆਂ, ਹਰ ਪ੍ਰੀਖਿਆ 'ਚੋਂ ਪਾਸ ਵੀ ਆਪ ਹੋਏ ਉਹ, ਤੇ ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਦੇ ਸਾਹਮਣੇ ਉਦਾਹਰਨਾਂ ਰੱਖਤੀਆਂ ਸੀ ਭਾਈ ਕਿ ਆਹ ਹੈ ਸ਼ਖਸ ਉਹ ਜਿਨਨੇ ਸਾਡੇ ਹਰ ਹੁਕਮ ਨੂੰ ਮੰਨਿਆ, ਤੇ ਆਹ ਨੇ ਉਹ ਸ਼ਖਸ ਜਿਹੜੇ ਹਰ ਹੁਕਮ ਤੋਂ ਇਨਕਾਰੀ ਹੁੰਦੇ ਰਹੇ। ਗੁਰੂ ਨਾਨਕ ਸਾਹਿਬ ਨੇ ਇਸ ਕਰਕੇ ਆਪਾਂ ਇਉਂ ਕਹਿ ਸਕਦੇ ਹਾਂ ਵੀ ਬੇਸ ਤਿਆਰ ਕੀਤਾ, ਜਿਹੜੇ ਬੇਸ ਨੇ ਅਗਾਂਹ ਜਾ ਕੇ ਇੱਕ ਬੜਾ ਵੱਡਾ ਸਿੱਖੀ ਦਾ ਮਹੱਲ ਉਸਾਰਨਾ ਹੈ, ਤੇ ਉਹ ਸਿੱਖੀ ਦਾ ਮਹੱਲ ਭਾਈ ਲਹਿਣਾ ਜੀ ਨੇ ਉਸ ਮਹੱਲ ਦੀ ਜ਼ਿੰਮੇਵਾਰੀ ਨੂੰ ਸੰਭਾਲਣਾ, ਉਸ ਮਹਿਲ ਨੂੰ ਸੰਭਾਲਣਾ, ਤੇ ਉਸ ਮਹੱਲ ਦਾ ਜਿਹੜਾ ਬੇਸ ਹੈ, ਨੀਹਾਂ ਜਿਹੜੀਆਂ ਨੇ ਉਹ ਗੁਰੂ ਨਾਨਕ ਸਾਹਿਬ ਆਪ ਤਿਆਰ ਕਰ ਰਹੇ। ਖੈਰ, ਜਿਹੜਾ ਮੈਂ ਪੱਖ ਰੱਖਣਾ ਚਾਹੁੰਦਾ, ਕਿਉਂਕਿ ਮਨ ਵਿੱਚ ਸ਼ਰਧਾ ਦਾ ਹੋਣਾ, ਮਨ ਵਿੱਚ ਵਿਸ਼ਵਾਸ ਦਾ ਹੋਣਾ ਲਾਜ਼ਮੀ ਹੈ। ਹੁਣ ਕਈ ਤਰ੍ਹਾਂ ਦੇ ਤਰਕ ਜਿਹੜੇ ਉਹ ਮੈਂ ਪਹਿਲਾਂ ਤੁਹਾਡੇ ਸਨਮੁਖ ਬੇਨਤੀ ਕੀਤੀ ਵੀ ਜਦੋਂ ਤਰਕ ਆ ਜਾਏਗਾ ਨਾ, ਉਦੋਂ ਵਿਸ਼ਵਾਸ ਵੀ ਸਾਡਾ ਟੁੱਟ ਜਾਂਦਾ। ਜਦੋਂ ਮਨ ਵਿੱਚ ਸ਼ੰਕੇ ਪੈਦਾ ਹੋ ਜਾਣਗੇ ਨਾ, ਚਾਹੇ ਉਹ ਅਸੀਂ ਸੰਸਾਰਕ ਤੌਰ ਤੇ ਹੀ ਕਿਉਂ ਨਾ ਬਾਤ ਕਰ ਲਈਏ, ਸੰਸਾਰਕ ਤੌਰ ਦੇ ਉੱਤੇ ਵੀ ਜਦੋਂ ਕਿਤੇ ਸਾਡਾ ਕਿਸੇ ਦੇ ਨਾਲ ਬਹੁਤ ਜ਼ਿਆਦਾ ਡੂੰਘਾ ਰਿਸ਼ਤਾ ਜਾਂ ਬਹੁਤ ਜ਼ਿਆਦਾ ਗੂੜਾ ਰਿਸ਼ਤਾ ਸੰਬੰਧ ਹੈ ਨਾ, ਜਦੋਂ ਉਸ ਸੰਬੰਧ ਦੇ ਪ੍ਰਤੀ ਵੀ ਸਾਡੇ ਮਨ ਵਿੱਚ ਸੰਸ਼ੇ ਪੈਦਾ ਹੋਣ ਲੱਗ ਜਾਂਦੇ ਨੇ ਨਾ, ਸ਼ੰਕੇ ਪੈਦਾ ਹੋਣ ਲੱਗ ਜਾਂਦੇ ਨੇ, ਤੇ ਸੁਭਾਵਿਕ ਜਿਹੀ ਬਾਤ ਹੈ ਉੱਥੇ ਵਿਸ਼ਵਾਸ ਟੁੱਟ ਜਾਂਦਾ ਹੈ। ਜਦੋਂ ਵਿਸ਼ਵਾਸ ਟੁੱਟ ਗਿਆ ਤੇ ਰਿਸ਼ਤਾ ਸੁਭਾਵਿਕ ਜਿਹੀ ਬਾਤ ਹੈ ਉੱਥੇ ਟੁੱਟ ਜਾਏਗਾ, ਕਿਉਂਕਿ ਉਸ ਜਗ੍ਹਾ ਦੇ ਉੱਤੇ ਸਾਡੇ ਮਨਾਂ ਦੇ ਅੰਦਰ ਜੋ ਪ੍ਰੇਮ ਸੀ, ਸਾਡੇ ਮਨਾਂ ਦੇ ਅੰਦਰ ਜੋ ਸਤਿਕਾਰ ਸੀ, ਜਾਂ ਸਾਡੇ ਮਨਾਂ ਦੇ ਅੰਦਰਲਾ ਜੋ ਵਿਚਾਰਾਂ ਤੇ ਭਾਵਨਾਵਾਂ ਸਨ, ਉਹਨਾਂ ਦੀ ਥਾਂ ਤੇ ਹੁਣ ਮਨ ਵਿੱਚ ਸੰਸ਼ੇ ਤੇ ਮਨ ਵਿੱਚ ਸ਼ੰਕੇ ਜਿਹੜੇ ਉਹ ਪੈਦਾ ਹੋਣ ਲੱਗ ਪਏ। ਹਰ ਗੱਲ ਦੇ ਉੱਤੇ ਸਾਡੇ ਮਨ ਵਿੱਚ ਸਵਾਲ ਪੈਦਾ ਹੋਣ ਲੱਗ ਪਿਆ। ਉਹਨਾਂ ਸੰਸ਼ਿਆਂ ਕਰਕੇ ਵਿਸ਼ਵਾਸ ਦਾ ਟੁੱਟ ਜਾਣਾ ਲਾਜ਼ਮੀ ਹੈ, ਸੁਭਾਵਿਕ ਜਿਹੀ ਬਾਤ ਹੈ। ਹੁਣ ਭਾਈ ਲਹਿਣਾ ਜੀ ਜਦੋਂ ਗੁਰੂ ਨਾਨਕ ਸਾਹਿਬ ਕੋਲ ਚੱਲ ਕੇ ਆਉਂਦੇ, ਮੈਂ ਪਹਿਲੋਂ ਤੁਹਾਡੇ ਸਨਮੁਖ ਬੇਨਤੀ ਕਰਦਾ ਚੱਲਾਂ, ਮੈਂ ਕੋਈ ਫੈਸਲਾ ਨਹੀਂ ਜੇ ਕਰਨ ਲੱਗਿਆ, ਨਾ ਕੋਈ ਕਿਸੇ ਤਰ੍ਹਾਂ ਦੀ ਕਰਾਮਾਤ ਦੀ ਬਾਤ ਕਰਨ ਲੱਗਿਆ, ਸਿਰਫ ਪ੍ਰੇਮ ਨਾਲ ਇਸ ਬਾਤ ਨੂੰ ਸਮਝਿਓ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਮੰਨਿਆ ਜਾਂਦਾ ਕਿ ਇੱਕ ਪ੍ਰੀਖਿਆ ਇਹ ਵੀ ਪਾਈ ਵੀ ਭਾਈ ਲਹਿਣਾ ਜੀ ਤੁਸੀਂ ਕਿੱਕਰ ਉੱਤੇ ਚੜੋ, ਇਹਨੂੰ ਹਿਲਾਓ, ਤੇ ਹਿਲਾਓਗੇ ਜਦੋਂ ਕਿੱਕਰ ਤੋਂ ਮਠਿਆਈ ਡਿੱਗੇਗੀ। ਇਹਦੇ ਉੱਤੇ ਕਈ ਤਰ੍ਹਾਂ ਦੇ ਤਰਕ ਵੀ ਕੀਤੇ ਗਏ, ਇਦਾਂ ਕਿਵੇਂ ਹੋ ਸਕਦਾ ਜੀ, ਕਿੱਕਰ ਨੂੰ ਮਠਿਆਈਆਂ ਕਿੱਦਾਂ ਲੱਗ ਸਕਦੀਆਂ, ਉੱਥੋਂ ਮਠਿਆਈ ਕਿੱਦਾਂ ਇਹ ਤੇ ਕਰਾਮਾਤ ਹੈ, ਸਾਖਸ਼ਾਤ ਕਰਾਮਾਤ ਹੈ। ਖੈਰ, ਮੈਂ ਪਹਿਲੋਂ ਬੇਨਤੀ ਕੀਤੀ ਵੀ ਮੈਂ ਕਰਾਮਾਤ ਜਾਂ ਕੋਈ ਉਸ ਤਰ੍ਹਾਂ ਦਾ ਪੱਖ ਨਹੀਂ ਜੇ ਰੱਖਣ ਲੱਗਿਆ। ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਇਹਦੇ ਤੇ ਚੜ, ਇਹਨੂੰ ਹਿਲਾ, ਮਠਿਆਈ ਡਿੱਗੇਗੀ। ਭਾਈ ਲਹਿਣਾ ਜੀ ਰੁੱਖ ਤੇ ਚੜੇ, ਉਹਨਾਂ ਹਿਲਾਇਆ, ਮਠਾਈ ਡਿੱਗੀ ਨਹੀਂ ਡਿੱਗੀ, ਮੈਂ ਇਹਦਾ ਕੋਈ ਜਵਾਬ ਨਹੀਂ ਜੇ ਦੇਣ ਲੱਗਿਆ। ਬਾਤ ਹੈ ਸਿਰਫ ਗੁਰੂ ਨਾਨਕ ਦੇ ਬਚਨਾਂ ਨੂੰ ਮੰਨਣ ਦੀ, ਮਨ ਵਿੱਚ ਸ਼ਰਧਾ ਦੀ ਵੀ ਗੁਰੂ ਨਾਨਕ ਪਾਤਸ਼ਾਹ ਜੇ ਤੁਸੀਂ ਆਖਿਆ ਹੈ ਨਾ ਇਹਦੇ ਤੇ ਚੜਨਾ, ਤੇ ਮੇਰਾ ਮਕਸਦ, ਮੇਰਾ ਫਰਜ਼ ਇਹ ਬਣਦਾ ਕਿ ਮੈਂ ਇਹਦੇ ਤੇ ਚੜਾਂ, ਮਠਾਈ ਡਿੱਗੇ ਨਾ ਡਿੱਗੇ ਮੈਨੂੰ ਕੋਈ ਮਤਲਬ ਨਹੀਂ। ਸਤਿਗੁਰੂ ਜੇ ਤੁਸੀਂ ਆਖਿਆ ਨਾ ਇਹਦੇ ਉੱਤੇ ਚੜ ਕੇ ਇਹਨੂੰ ਹਿਲਾਉਣਾ ਹੈ, ਤੇ ਮੇਰਾ ਫਰਜ਼ ਬਣਦਾ ਵੀ ਮੈਂ ਇਹਦੇ ਤੇ ਚੜਾਂ, ਤੁਹਾਡੇ ਬਚਨਾਂ ਨੂੰ ਪਾਲਦਾ ਹੋਇਆ ਇਹਦੇ ਇਸ ਰੁੱਖ ਉੱਤੇ ਚੜ ਕੇ ਤੇ ਮੈਂ ਇਹਨੂੰ ਹਿਲਾਵਾਂ। ਇਥੋਂ ਮਠਿਆਈ ਡਿੱਗੇ ਜਾਂ ਕੰਡੇ ਡਿੱਗਣ ਜਾਂ ਫੁੱਲ ਡਿੱਗੇ, ਇਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ। ਸਤਿਗੁਰੂ ਪਾਤਸ਼ਾਹ ਤੁਸੀਂ ਬਚਨ ਆਖੇ ਇਹਨੂੰ ਚੜ ਕੇ ਹਿਲਾਉਣਾ, ਤੇ ਮੈਂ ਇਹ ਚੜ ਕੇ ਹਿਲਾਉਣਾ ਹੈ, ਮੇਰਾ ਫਰਜ਼ ਇਹ ਬਣਦਾ। ਆ ਜੇ ਮਨ ਦੀ ਸ਼ਰਧਾ, ਮਨ ਦਾ ਪ੍ਰੇਮ ਕਿ ਹਰ ਬਚਨਾਂ ਨੂੰ ਗੁਰੂ ਦਿਆਂ ਨੂੰ ਆਪਣੇ ਸਿਰ ਮੱਥੇ ਕਰਕੇ ਮੰਨਣਾ, ਸਿਰ ਮੱਥੇ ਕਰਕੇ ਗੁਰੂ ਪਾਤਸ਼ਾਹ ਦੀ ਹਰ ਜਿਹੜੇ ਕਹੇ ਹੋਏ ਬਚਨ ਨੇ, ਗੁਰੂ ਸਾਹਿਬ ਦੀ ਹਰ ਆਗਿਆ ਨੂੰ ਪ੍ਰਵਾਨ ਕਰਦਿਆਂ ਹੋਇਆਂ ਸਤ ਬਚਨ ਕਹਿ ਕੇ ਮੰਨ ਲੈਣਾ। ਤੇ ਮਨ ਵਿਸ਼ਵਾਸ ਪਾਇਓ,
ਜਦੋਂ ਮਨ ਵਿੱਚ ਵਿਸ਼ਵਾਸ ਆਇਆ, ਮਨ ਦੇ ਅੰਦਰ ਵਿਸ਼ਵਾਸ ਹਾਸਲ ਕੀਤਾ, ਮਨ ਦੇ ਅੰਦਰ ਸ਼ਰਧਾ ਜਦੋਂ ਆ ਗਈ, ਸ਼ਰਧਾ ਨੂੰ ਧਾਰਨ ਕੀਤਾ, ਉਸ ਸ਼ਰਧਾ ਦੇ ਨਾਲ ਕੀ ਹੋਇਆ ਕਿ ਗਹਿਰ ਗਹੋ ਹਦਰਥ ਦੀਓ, ਗੁਰੂ ਨਾਨਕ ਜਿਹੜੇ ਸਤਿਗੁਰੂ ਆਪ, ਉਹਨਾਂ ਨੇ ਭਾਈ ਲਹਿਣਾ ਜੀ ਨੂੰ ਉਸ ਅਕਾਲ ਪੁਰਖ ਪਰਮੇਸ਼ਵਰ ਤੱਕ ਉਹਨਾਂ ਦੀ ਪਹੁੰਚ ਜਿਹੜੀ ਉਹ ਕਰਵਾ ਦਿੱਤੀ। ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਵੀ ਉੱਥੇ ਲੈ ਗਏ ਜਿਸ ਜਗ੍ਹਾ ਦੇ ਉੱਤੇ ਉਹ ਆਪ ਸੁਭਾਏਮਾਨ ਸਨ, ਉਸੇ ਅਵਸਥਾ ਦੇ ਮਾਲਕ ਬਣਾ ਦਿੱਤਾ ਜਿਸ ਅਵਸਥਾ ਦੇ ਮਾਲਕ ਗੁਰੂ ਨਾਨਕ ਸਾਹਿਬ ਆਪ ਸਨ। ਇਉਂ ਕਹਿ ਸਕਦੇ ਹਾਂ ਕਿ ਬਾਬੇ ਨਾਨਕ ਨੇ ਭਾਈ ਲਹਿਣਾ ਜੀ ਨੂੰ ਵੀ ਆਪਣੇ ਵਰਗਾ ਹੀ ਬਣਾਤਾ, ਰਤਾ ਮਾਤਰ ਭੇਤ ਨਹੀਂ ਰੱਖਿਆ। ਆਪਣੇ ਤੇ ਭਾਈ ਲਹਿਣੇ ਦੇ ਵਿੱਚ ਬਸ ਜੋ ਗੁਰੂ ਨਾਨਕ ਸਾਹਿਬ ਸਨ ਉਸੇ ਤਰ੍ਹਾਂ ਦਾ ਭਾਈ ਲਹਿਣਾ ਜੀ ਨੂੰ ਬਣਾਤਾ, ਤੇ ਇਹ ਭਾਈ ਲਹਿਣਾ ਜੀ ਉਸ ਤਰ੍ਹਾਂ ਦੇ ਬਣੇ, ਇਹਦਾ ਕਾਰਨ ਮਨ ਵਿਸ਼ਵਾਸ ਪਾਇਓ। ਸਭ ਤੋਂ ਵੱਡਾ ਆ ਜੇ ਕਾਰਨ, ਕਿਉਂਕਿ ਧਰਮ ਦੀ ਦੁਨੀਆ ਜਿਹੜੀ ਹੈ ਨਾ, ਖਿਆਲ ਕਰਿਓ, ਉਹ ਸ਼ਰਧਾ ਤੇ ਹੀ ਟਿਕੀ ਹੈ। ਧਰਮ ਦੀ ਦੁਨੀਆ ਸ਼ਰਧਾ ਦੇ ਉੱਤੇ ਹੀ ਖੜੋਤੀ ਹੈ। ਜਿੱਥੇ ਆ ਕੇ ਧਰਮ ਦੀ ਦੁਨੀਆ ਵਿੱਚ ਸ਼ਰਧਾ ਦੀ ਬਜਾਏ ਸਾਡੇ ਮਨ ਵਿੱਚ ਤਰਕ ਉੱਠਣ ਲੱਗ ਜਾਣਗੇ ਨਾ, ਸ਼ੰਕੇ ਉੱਠਣ ਲੱਗ ਜਾਣਗੇ, ਠੀਕ ਹੈ ਅਸੀਂ ਉੱਥੇ ਆ ਕੇ ਹੋ ਸਕਦਾ ਹੈ ਆਪਣੇ ਆਪ ਨੂੰ ਬੜੇ ਗਿਆਨਵਾਨ, ਬੜੇ ਸੂਝਵਾਨ ਤੇ ਬੜੇ ਸਿਆਣੇ ਮੰਨਣ ਲੱਗ ਜਾਈਏ, ਪਰ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਵੀ ਸਾਡੀ ਧਰਮ ਤੋਂ ਪ੍ਰਤੀ ਵਿਸ਼ਵਾਸ, ਧਰਮ ਤੋਂ ਸਾਡਾ ਭਰੋਸਾ, ਧਰਮ ਤੋਂ ਸਾਡੀ ਸ਼ਰਧਾ ਜਿਹੜੀ ਉਹ ਉੱਠਦੀ ਜਾ ਰਹੀ ਹੈ। ਠੀਕ ਹੈ, ਧਰਮ ਅਸੀਂ ਮੰਨਦੇ ਹਾਂ ਕਿ ਰੱਬ ਦੇ ਬਣਾਏ ਹੋਏ ਕਾਨੂੰਨ ਨੇ, ਰੱਬ ਦੇ ਬਣਾਏ ਹੋਏ ਨਿਯਮ ਨੇ, ਉਹਨਾਂ ਨਿਯਮਾਂ ਦੀ ਪ੍ਰਤੀਪਾਲਣਾ ਕਰਨਾ ਧਰਮ ਕਮਾਉਣਾ ਹੈ। ਅਸੀਂ ਇਹ ਮੰਨਦੇ ਹਾਂ, ਰੱਬ ਦੇ ਬਣਾਏ ਕਾਨੂੰਨਾਂ ਨੂੰ ਧਰਮ ਦਾ ਨਾਮ ਦਿੱਤਾ ਜਾਂਦਾ ਹੈ। ਜੇ ਰੱਬ ਦੇ ਬਣਾਏ ਕਾਨੂੰਨਾਂ ਤੇ ਨਿਯਮਾਂ ਨੂੰ ਧਰਮ ਦਾ ਨਾਮ ਦਿੱਤਾ ਜਾਂਦਾ, ਮੰਨ ਲਓ ਅਸੀਂ ਕੱਲ ਨੂੰ ਰੱਬ ਤੇ ਹੀ ਸਵਾਲ ਚੁੱਕਣ ਲੱਗ ਜਾਾਂਗੇ ਤੇ ਸਾਡਾ ਧਰਮ ਕਿੱਥੇ ਗਿਆ? ਧਰਮ ਤੇ ਸਾਡਾ ਕਈ ਕੋਹਾਂ ਦੀ ਦੂਰੀ ਤੇ ਰਹਿ ਗਿਆ ਨਾ। ਜਿਹਦੇ ਬਣਾਏ ਨਿਯਮਾਂ ਦੀ ਅਸੀਂ ਪਾਲਣਾ ਕਰਨੀ ਹੈ, ਜਿਹਦੇ ਬਣਾਏ ਨਿਯਮਾਂ ਨੂੰ ਅਸੀਂ ਪ੍ਰਤੀਪਾਲਣਾ, ਉਹਦੇ ਬਣਾਏ ਨਿਯਮਾਂ ਅਨੁਸਾਰੀ ਅਸੀਂ ਚੱਲਣਾ ਹੈ। ਜਦੋਂ ਅਸੀਂ ਉਸ ਬਣਾਉਣ ਵਾਲੇ ਦੇ ਉੱਤੇ ਹੀ ਸਵਾਲ ਚੁੱਕਣ ਲੱਗ ਜਾਾਂਗੇ, ਬਣਾਉਣ ਵਾਲੇ ਉੱਤੇ ਹੀ ਤਰਕ ਕਰਨ ਲੱਗ ਜਾਾਂਗੇ, ਤੇ ਸਾਡਾ ਧਰਮ ਕਿਸ ਜਗ੍ਹਾ ਤੇ ਰਹਿ ਜਾਏਗਾ? ਅਸੀਂ ਧਰਮ ਆਪਣੇ ਜੀਵਨ ਦੇ ਅੰਦਰ ਕਿਸ ਤਰ੍ਹਾਂ ਕਮਾਵਾਂਗੇ? ਜਿਹੜਾ ਕਰਮ ਕਰਨ ਵਾਲਾ ਹੈ, ਜਿਹੜਾ ਨਿਯਮ ਬਣਾਉਣ ਵਾਲਾ ਹੈ, ਜਦੋਂ ਸੁਭਾਵਿਕ ਜਿਹੀ ਬਾਤ ਹੈ। ਹੁਣ ਇੱਕ ਨਿੱਕੀ ਜੀ ਮੈਂ ਸੰਸਾਰਕ ਉਦਾਹਰਨ ਰੱਖਦਾ ਚੱਲਾਂ। ਗਵਰਨਮੈਂਟ ਦੇ ਵੱਲੋਂ ਕੁਝ ਕੁ ਰੂਲਸ, ਕੁਝ ਕੁ ਨਿਯਮ ਕਾਨੂੰਨ ਜਿਹੜੇ ਉਹ ਬਣਾਏ ਜਾਂਦੇ। ਹੁਣ ਉਹ ਕਾਨੂੰਨ ਕਈ ਮੰਨ ਲੈਂਦੇ ਨੇ, ਕਈ ਮੰਨਣ ਤੋਂ ਇਨਕਾਰੀ ਨੇ। ਹੁਣ ਜਿਹੜੇ ਮੰਨਣ ਤੋਂ ਇਨਕਾਰੀ ਨੇ, ਸੁਭਾਵਿਕ ਜਿਹੀ ਬਾਤ ਹੈ, ਉਹ ਗਵਰਨਮੈਂਟ ਦਾ ਵਿਰੋਧ ਕਰਨਗੇ ਹੀ ਕਰਨਗੇ। ਜਿਹੜਾ ਨਿਯਮ ਮੰਨ ਲਓ ਆਪਾਂ ਪ੍ਰਤੀ ਆਪਣੇ ਇੱਕ ਸਰਕਾਰ ਨੇ, ਇੱਕ ਗਵਰਨਮੈਂਟ ਨੇ ਕੋਈ ਨਿਯਮ ਬਣਾ ਦਿੱਤਾ, ਸਾਨੂੰ ਉਹ ਨਿਯਮ ਪਸੰਦ ਕੋਈ ਨਹੀਂ ਹੈ, ਸਾਨੂੰ ਉਹ ਰੂਲ ਨਹੀਂ ਪਸੰਦ ਆਇਆ, ਕਿਉਂ? ਸਾਡੇ ਅਨੁਸਾਰ ਹੀ ਨਹੀਂ ਸੀ। ਤੇ ਜਦੋਂ ਅਸੀਂ ਉਹਦਾ ਕਿਸੇ ਤਰ੍ਹਾਂ ਵਿਰੋਧ ਕਰਾਂਗੇ, ਕਿਸੇ ਪ੍ਰਕਾਰ ਉਹਦੇ ਖਿਲਾਫ ਆਵਾਜ਼ ਚੁੱਕਾਂਗੇ, ਉਹ ਸਾਡੀ ਚੁੱਕੀ ਹੋਈ ਆਵਾਜ਼, ਉਹ ਸਾਡਾ ਕੀਤਾ ਹੋਇਆ ਵਿਰੋਧ ਇਸ ਗੱਲ ਦਾ ਪ੍ਰਤੀਕ ਹੈ ਕਿ ਅਸੀਂ ਗਵਰਨਮੈਂਟ ਦੇ ਇਸ ਕਾਨੂੰਨ ਦੇ ਨਾਲ ਰਾਜੀ ਨਹੀਂ ਆ, ਤੇ ਨਾ ਹੀ ਸਾਨੂੰ ਇਹ ਗਵਰਨਮੈਂਟ ਦਾ ਬਣਾਇਆ ਰੂਲ ਪਸੰਦ ਹੈ। ਤੇ ਉਸ ਕਾਨੂੰਨ ਦੇ ਨਾਲ ਨਾਲ ਹੋ ਸਕਦਾ ਅਸੀਂ ਸਰਕਾਰ ਉੱਤੇ ਵੀ ਕਈ ਤਰ੍ਹਾਂ ਦੇ ਸਵਾਲ ਚੁੱਕ ਦਈਏ। ਸੁਭਾਵਿਕ ਜਿਹੀ ਬਾਤ ਹੈ। ਤੇ ਹੁਣ ਰੱਬ ਜਿਹੜਾ ਹੈ, ਅਕਾਲ ਪੁਰਖ ਜਿਹੜਾ, ਉਹ ਵੱਖਰੇ ਵੱਖਰੇ ਕਾਨੂੰਨ ਜਿਹੜੇ ਉਹਨਾਂ ਨੂੰ ਬਣਾ ਰਹੇ, ਨਿਯਮ ਬਣਾ ਰਹੇ। ਅਸੀਂ ਉਹਨਾਂ ਨੂੰ ਧਰਮ ਦਾ ਨਾਮ ਦਿੰਨੇ ਆ। ਰੱਬ ਦੇ ਬਣਾਏ ਹੋਏ ਕਾਨੂੰਨਾਂ ਨੂੰ ਪਾਲਣਾ, ਉਹਦੀ ਪ੍ਰਤੀਪਾਲਣਾ ਕਰਨੀ, ਉਹਦੇ ਅਨੁਸਾਰੀ ਚੱਲਣਾ, ਇਹ ਧਰਮ ਕਮਾਉਣਾ। ਤੇ ਜਦੋਂ ਅਸੀਂ ਰੱਬ ਦੇ ਬਣਾਏ ਨਿਯਮਾਂ ਦੇ ਉੱਤੇ ਸਵਾਲ ਚੁੱਕਣ ਲੱਗ ਗਏ, ਸੁਭਾਵਿਕ ਜਿਹੀ ਬਾਤ ਹੈ, ਸਾਨੂੰ ਨਿਯਮ ਪਸੰਦ ਨਹੀਂ। ਤੇ ਜੇ ਨਿਯਮ ਪਸੰਦ ਨਹੀਂ ਹੈ, ਇੱਕ ਦਿਨ ਐਸਾ ਵੀ ਆਏਗਾ ਜਿੱਦਣ ਅਸੀਂ ਰੱਬ ਤੇ ਵੀ ਸਵਾਲ ਚੁੱਕ ਦਾਂਗੇ ਵੀ ਰੱਬਾ ਤੈਨੂੰ ਆਹ ਬਣਾਉਣਾ ਤੇ ਆਇਆ ਨਹੀਂ, ਕਿਤੇ ਮੇਰੇ ਤੋਂ ਹੀ ਸਲਾਹ ਲੈ ਲੈਂਦਾ, ਮੈਂ ਤੈਨੂੰ ਦੱਸਦਾ। ਇਹਦਾ ਮਤਲਬ ਅਸੀਂ ਰੱਬ ਤੋਂ ਵੀ ਵੱਡੇ ਹੋ ਗਏ, ਆਪਣੇ ਆਪ ਨੂੰ ਰੱਬ ਤੋਂ ਵੱਡਿਆਂ ਸਾਬਤ ਕਰ ਲਏ। ਤੇ ਫਿਰ ਅਸੀਂ ਆਪਣੇ ਆਪ ਨੂੰ ਆਖੀਏ ਜੀ ਅਸੀਂ ਧਰਮੀ ਹੁੰਨੇ ਆ, ਤੇ ਕਿੱਥੋਂ ਦਾ ਧਰਮ ਕਮਾਇਆ ਤੇ ਅਸੀਂ ਕਿੱਦਾਂ ਦੇ ਧਰਮੀ ਬਣੇ। ਖੈਰ, ਸਤਿਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਵਡਿਆਈ ਦੇ ਨਾਲ ਨਾਲ ਭਾਈ ਲਹਿਣਾ ਜੀ ਦੀ ਸ਼ੋਭਾ ਕਰਦਿਆਂ ਹੋਇਆਂ ਭੱਟ ਕਲ ਸਹਾਰ ਜੀ ਆਖਦੇ, ਕਹਿੰਦੇ ਮਨ ਵਿਸ਼ਵਾਸ ਪਾਇਓ, ਗਹਿਰ ਗਹੁ ਅਰਥ ਦੀਓ। ਉਹ ਗੁਰੂ ਨਾਨਕ ਪਾਤਸ਼ਾਹ ਜੀ ਨੇ, ਭਾਈ ਲਹਿਣਾ ਜੀ, ਜਦੋਂ ਆਪ ਜੀ ਨੇ ਉਹਨਾਂ ਪ੍ਰਤੀ ਸ਼ਰਧਾ ਰੱਖੀ, ਪ੍ਰੇਮ ਰੱਖਿਆ, ਤੇ ਉਹਨਾਂ ਨੇ ਵੀ ਤੁਹਾਨੂੰ ਉਸ
ਡੂੰਘੇ ਪ੍ਰਮਾਤਮਾ ਨਾਲ, ਜਿਹੜੇ ਬੜੀ ਗਹਿਰਾਈ ਦੇ ਮਾਲਕ ਨੇ, ਉੱਥੋਂ ਤੱਕ ਆਪ ਜੀ ਦੀ ਪਹੁੰਚ ਵੀ ਕਰਵਾ ਦਿੱਤੀ। ਤੇ ਨਾਲ ਆਖਦੇ ਕਹਿੰਦੇ ਗਰਲ ਨਾਸ਼ ਤਨ ਨੱਠਿਓ। ਹੁਣ ਗਰਲ ਦਾ ਜਦੋਂ ਅੱਖਰੀ ਅਰਥ ਕਰਾਂਗੇ ਤੇ ਇਹਦਾ ਅੱਖਰੀ ਅਰਥ ਬਣਦਾ ਜ਼ਹਿਰ, ਵਿਸ਼। ਗਰਲ ਨਾਸ਼, ਜ਼ਹਿਰ ਜਿਹੜੀ ਉਹਨੂੰ ਨਾਸ਼ ਕਰਤਾ। ਤਨ ਨੱਠਿਓ, ਤਨ ਦੇ ਵਿੱਚੋਂ ਜ਼ਹਿਰ ਚਲੀ ਗਈ। ਕਿਹੜੀ ਜ਼ਹਿਰ? ਮਾਇਕ ਪਦਾਰਥਾਂ ਦੀ ਕਹਿ ਲੋ, ਜਾਂ ਤਨ ਦੇ ਵਿਚਲੀਆਂ ਹੋਰ ਜ਼ਹਿਰਾਂ ਜਿਹੜੀਆਂ ਉਹ ਖਤਮ ਹੋ ਗਈਆਂ। ਜਦੋਂ ਭਾਈ ਲਹਿਣਾ ਜੀ, ਉਹਨਾਂ ਦਾ ਪਿਛੋਕੜ ਆਪਾਂ ਨੂੰ ਨਾਲ ਲੈ ਕੇ ਚੱਲਣਾ ਪਏਗਾ। ਗੁਰੂ ਨਾਨਕ ਸਾਹਿਬ ਦੇ ਦਰ ਤੇ ਆਉਂਦੇ ਨੇ। ਪਿਛਲੇ ਦੀਵਾਨਾਂ ਵਿੱਚ ਵੀ ਮੈਂ ਬੇਨਤੀ ਕੀਤੀ ਸੀ ਕਿ ਭਾਈ ਲਹਿਣਾ ਜੀ ਧਾਰਮਿਕ ਵਿਚਾਰਾਂ ਦੇ ਮਾਲਕ ਨੇ, ਧਾਰਮਿਕ ਸੋਚ ਦੇ ਮਾਲਕ ਨੇ। ਉਹ ਜਿੱਥੇ ਧਾਰਮਿਕ ਸੋਚ ਦੇ ਮਾਲਕ ਨੇ, ਉੱਥੇ ਖਿਆਲ ਰੱਖਿਓ ਕਿਤੇ ਨਾ ਕਿਤੇ ਮਨ ਦਾ ਸਕੂਨ, ਮਨ ਦੀ ਸ਼ਾਂਤੀ ਭਾਈ ਲਹਿਣਾ ਜੀ ਲੱਭ ਰਹੇ ਨੇ। ਪਰ ਇੱਕ ਸੰਸਾਰਕ ਜੀਵ ਨੇ, ਉਸ ਵਕਤ ਇੱਕ ਸੰਸਾਰਕ ਜੀਵ ਨੇ। ਖਾਸ ਤੇ ਉਦੋਂ ਹੀ ਬਣਦੇ ਨਾ ਜਦੋਂ 1532 ਵਿੱਚ ਗੁਰੂ ਨਾਨਕ ਸਾਹਿਬ ਕੋਲ ਚੱਲ ਕੇ ਆ ਜਾਂਦੇ ਨੇ। ਉਦੋਂ ਬਾਅਦ ਚ ਖਾਸ ਬਣੇ। ਉਦੋਂ ਪਹਿਲਾਂ ਤੇ ਆਮ ਮਨੁੱਖਾਂ ਵਾਂਗੂ ਜੀਵਨ ਗੁਜ਼ਾਰ ਰਹੇ ਨੇ। ਹੁਣ ਜਦੋਂ ਆਮ ਮਨੁੱਖਾਂ ਵਾਂਗੂ ਜੀਵਨ ਲੰਘ ਰਿਹਾ ਹੈ ਤੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੀਆਂ ਜਿਹੜੀਆਂ ਵਿਸ਼, ਜ਼ਹਿਰ ਜਿਹੜੀ ਉਹ ਪੈਦਾ ਹੋ ਜਾਂਦੀ ਹੈ। ਜਿਵੇਂ ਆਪਾਂ ਕਹਿ ਲਈਏ ਈਰਖਾ ਦੀ ਜ਼ਹਿਰ ਪੈਦਾ ਹੋ ਜਾਣਾ, ਨਿੰਦਿਆ ਦੀ ਜ਼ਹਿਰ ਪੈਦਾ ਹੋ ਜਾਣਾ, ਜਾਂ ਮਾਇਕ ਪਦਾਰਥਾਂ ਦੇ ਪ੍ਰਤੀ ਮੋਹ ਦਾ ਪੈਦਾ ਹੋ ਜਾਣਾ। ਇਹ ਸਾਰੀਆਂ ਜ਼ਹਿਰਾਂ ਨੇ ਜਿਹੜੀਆਂ ਆਮ ਇਨਸਾਨ ਦੇ ਹਿਰਦੇ ਵਿੱਚ ਕਿਤੇ ਨਾ ਕਿਤੇ ਉਪਜ ਪੈਂਦੀਆਂ ਨੇ। ਹੁਣ ਜਦੋਂ ਭਾਈ ਲਹਿਣਾ ਜੀ ਚੱਲ ਕੇ ਗੁਰੂ ਨਾਨਕ ਸਾਹਿਬ ਕੋਲ ਆਏ ਤੇ ਭੱਟ ਕਲ ਸਹਾਰ ਜੀ ਕਹਿੰਦੇ ਤੁਸੀਂ ਚੱਲ ਕੇ ਆਏ। ਗੁਰੂ ਨਾਨਕ ਨੇ ਆਪਣੀ ਡੂੰਘਾਈ, ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਤੁਹਾਨੂੰ ਵੀ ਪਹੁੰਚਾ ਦਿੱਤਾ। ਗਰਲ ਨਾਸ ਤਨ ਨੱਠਿਓ, ਤੁਹਾਡੇ ਜੀਵਨ ਦੇ ਵਿਚਲੀਆਂ ਜਿਹੜੀਆਂ ਜ਼ਹਿਰ ਸੀ, ਜਿਹੜੀ ਵਿਸ਼ ਸੀ, ਉਹ ਸਾਰੀ ਦੀ ਸਾਰੀ ਤੁਹਾਡੇ ਤਨ ਵਿੱਚੋਂ ਕੱਢ ਦਿੱਤੀ। ਔਰ ਅਮਿਓ ਅੰਤਰਗਤ ਪੀਓ, ਤੇ ਤੁਸੀਂ ਅੰਮ੍ਰਿਤ ਉਹ ਪੀਤਾ ਜਿਹੜੇ ਅੰਮ੍ਰਿਤ ਨੂੰ ਕਦੇ ਗੁਰੂ ਨਾਨਕ ਸਾਹਿਬ ਆਖਦੇ ਵੀ ਅੰਦਰ ਉਸ ਅਕਾਲ ਪੁਰਖ ਦਾ ਦਿੱਤਾ ਹੋਇਆ ਅੰਮ੍ਰਿਤ ਹੈ। ਜਿਸ ਅੰਮ੍ਰਿਤ ਨੂੰ ਅਸੀਂ ਆਪਣੇ ਜੀਵਨ ਦੇ ਅੰਦਰ ਹਾਸਲ ਕਰਨਾ, ਮ੍ਰਿਤਿਓ ਤੋਂ ਰਹਿਤ ਅਸੀਂ ਅਵਸਥਾ ਜਿਹੜੀ ਉਹਨੂੰ ਹਾਸਲ ਕਰਨਾ। ਅਮਿਓ ਅੰਤਰਗਤ ਪੀਓ, ਤੁਸੀਂ ਆਪਣੇ ਅੰਦਰੋਂ ਹੀ ਅੰਮ੍ਰਿਤ ਪੀਤਾ। ਜਦੋਂ ਅੰਦਰੋਂ ਜ਼ਹਿਰ ਦਾ ਤਿਆਗ ਹੋ ਗਿਆ, ਜ਼ਹਿਰ ਨਿਕਲ ਗਈ, ਜ਼ਹਿਰ ਦਾ ਖਾਤਮਾ ਹੋ ਗਿਆ, ਤੇ ਅੰਦਰ ਕੀ ਬਚਿਆ? ਸਿਰਫ ਅੰਮ੍ਰਿਤ ਹੀ ਅੰਮ੍ਰਿਤ ਬਚਿਆ। ਤੇ ਹੁਣ ਉਹ ਜਿਹੜਾ ਬਚਿਆ ਹੋਇਆ ਅੰਮ੍ਰਿਤ ਹੈ, ਉਹਨੂੰ ਫਿਰ ਭਾਈ ਲਹਿਣਾ ਜੀ ਉਸ ਅਕਾਲ ਪੁਰਖ ਦਾ ਚਿੰਤਨ ਕਰਦਿਆਂ, ਉਹਦੀ ਯਾਦ ਵਿੱਚ ਜੁੜਿਆਂ, ਗੁਰੂ ਨਾਨਕ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ, ਬਾਬੇ ਨਾਨਕ ਦੇ ਚਿੰਤਨ ਨੂੰ ਕਰਦਿਆਂ ਹੋਇਆਂ ਅੰਤਰਗਤ ਅੰਦਰੋਂ ਹੀ ਉਸ ਅੰਮ੍ਰਿਤ ਨੂੰ ਪੀਂਦੇ ਨੇ। ਉਸ ਅੰਮ੍ਰਿਤ ਦਾ ਸੇਵਨ ਭਾਈ ਲਹਿਣਾ ਜੀ ਕਰਦੇ ਹਨ। ਰਿਦ ਬਿਗਾਸ ਜਾਗਿਓ, ਅਲਖ ਕਲ ਧਰੀ ਜੁਗੰਤਰ। ਸਤਿਗੁਰ ਸਹਿਜ ਸਮਾਧ, ਰਵਿਓ ਸਮਾਨ ਨਿਰੰਤਰ। ਫਿਰ ਕੀ ਹੋਇਆ? ਰਿਦ ਬਿਗਾਸ ਜਾਗਿਓ, ਅੰਦਰ ਬਿਗਾਸ ਆ ਗਿਆ, ਖੇੜਾ ਆ ਗਿਆ। ਅਲਖ ਕਲ ਧਰੀ ਜੁਗੰਤਰ, ਅਲਖ ਲਫ਼ਜ਼ ਵਰਤਿਆ ਗਿਆ ਜਿਹੜਾ ਲਖਿਆ ਨਾ ਜਾ ਸਕੇ। ਹਰੀ ਪਰਮਾਤਮਾ ਕਲ ਧਰੀ, ਕਲ ਦਾ ਮਤਲਬ ਸੱਤਾ, ਆਪਣੀ ਤਾਕਤ, ਧਰੀ ਜੁਗ ਅੰਤਰ, ਇਸ ਸੰਸਾਰ ਦੇ ਉੱਤੇ। ਜਿਸ ਹਰੀ ਨੇ, ਜਿਸ ਅਲਖ ਪਰਮਾਤਮਾ ਨੇ ਆਪਣੀ ਸੱਤਾ, ਆਪਣੀ ਤਾਕਤ ਸੰਸਾਰ ਵਿੱਚ ਟਿਕਾ ਕੇ ਰੱਖੀ ਹੈ, ਉਸ ਹਰੀ ਪਰਮਾਤਮਾ ਦੇ ਨਾਲ ਜਦੋਂ ਮੇਲ ਹੋਇਆ, ਮਿਲਾਪ ਹੋਇਆ, ਕਿ ਪਹਿਲੀ ਪੰਕਤੀ 'ਚ ਆਪਾਂ ਵਿਚਾਰਿਆ ਵੀ ਹਜ਼ਰਤ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਆਪ ਜੀ ਨੂੰ ਉਸ ਅਕਾਲ ਪੁਰਖ ਪਰਮੇਸ਼ਵਰ ਤੱਕ ਪਹੁੰਚਾ ਦਿੱਤਾ ਜਿਹੜੇ ਬਹੁਤ ਹੀ ਡੂੰਘਾਈ ਦੇ ਮਾਲਕ ਨੇ। ਜਦੋਂ ਉਹਨਾਂ ਨਾਲ ਮਿਲਾਪ ਹੋਇਆ, ਮੇਲ ਹੋਇਆ, ਅਕਾਲ ਪੁਰਖ ਨਾਲ ਮਿਲਾਪ ਹੋਇਆ, ਤੇ ਹੋਇਆ ਕਿ ਰਿੱਧ ਬਿਗਾਸ ਜਾਗਿਓ, ਅੰਦਰ ਖੇੜਾ ਹੀ ਖੇੜਾ ਪੈਦਾ ਹੋ ਗਿਆ। ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਦੇ ਬਾਣੀ 'ਚ ਆਖਿਆ ਸੀ, ਨਾਨਕ ਭਗਤਾਂ ਸਦਾ ਵਿਗਾਸ। ਮਨ ਦੇ ਅੰਦਰ ਕੀ ਹੈ? ਹਮੇਸ਼ਾ ਵਿਗਾਸ ਹੀ ਵਿਗਾਸ ਹੈ।
ਸੁਣਿਐ ਦੂਖ ਪਾਪ ਕਾ ਨਾਸ਼। ਜਦੋਂ ਅਸੀਂ ਉਸ ਅਕਾਲ ਪੁਰਖ ਦੇ ਨਾਮ ਨੂੰ ਸੁਣਨਾ ਸ਼ੁਰੂ ਕਰ ਲੈਂਦੇ ਹਾਂ, ਸੁਣਨ ਤੋਂ ਭਾਵ ਸੁਰਤ ਕਰਕੇ, ਜਦੋਂ ਸੁਰਤ ਕਰਕੇ ਅਸੀਂ ਉਹਨੂੰ ਸੁਣਨਾ ਸ਼ੁਰੂ ਕਰਦੇ ਹਾਂ ਜਾਂ ਸੁਣਨ ਲੱਗ ਪੈਂਦੇ ਹਾਂ, ਤੇ ਸਾਡੇ ਜੀਵਨ ਦੇ ਵਿੱਚੋਂ ਦੁੱਖਾਂ ਦਾ, ਕਲੇਸ਼ਾਂ ਦਾ ਆਪਣੇ ਆਪ ਨਾਸ਼ ਹੋਣਾ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਤੇ ਭਾਈ ਲਹਿਣਾ ਜੀ ਨੂੰ ਅੱਜ ਆਖਰੇ ਭੱਟ ਕਲ ਸਹਾਰ ਜੀ ਕਹਿੰਦੇ, ਰਿੱਧ ਵਿਗਾਸ ਜਾਗਿਓ, ਹਿਰਦੇ ਦੇ ਅੰਦਰ ਖੇੜਾ ਜਿਹੜਾ ਉਹ ਆ ਗਿਆ, ਜਾਗ ਪਿਆ। ਅਲੱਖ ਕਲ ਧਰੀ ਜੁਗੰਤਰ, ਜਿਸ ਅਕਾਲ ਪੁਰਖ ਨੇ ਆਪਣੀ ਸੱਤਾ ਨੂੰ ਯੁੱਗ ਦੇ ਅੰਤਰ ਸੰਸਾਰ ਦੇ ਵਿੱਚ ਟਿਕਾ ਕੇ ਰੱਖਿਆ, ਜਦੋਂ ਉਹਦੇ ਨਾਲ ਮਿਲਾਪ ਹੋਇਆ, ਸੁਭਾਵਿਕ ਜਿਹੀ ਬਾਤ ਹੈ, ਅੰਦਰ ਖੇੜਾ ਤੇ ਖੁਸ਼ੀ ਤੇ ਜ਼ਰੂਰ ਪੈਦਾ ਹੋਏਗੀ, ਅੰਦਰ ਪ੍ਰਸੰਨਤਾ ਵੀ ਪੈਦਾ ਹੋਏਗੀ। ਇੱਕ ਨਿੱਕਾ ਜਿਹਾ ਇੱਥੇ ਦ੍ਰਿਸ਼ਟਾਂਤ ਹੋਰ ਰੱਖਦਾ ਚੱਲਾਂ। ਇੱਕ ਸਾਡਾ ਮੂਲ ਹੈ, ਜਿਹਨੂੰ ਬਾਬਾ ਕਬੀਰ ਸਾਹਿਬ ਬਾਣੀ 'ਚ ਚੇਤੇ ਕਰਾਉਂਦਿਆਂ ਆਖਦੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਆਪਣੇ ਮੂਲ ਦੀ ਪਹਿਚਾਣ ਕਰਨ ਵਾਸਤੇ ਮਨ ਤੁਰਿਆ ਹੋਵੇ ਤੇ ਕਈ ਤਰ੍ਹਾਂ ਦੇ ਯਤਨ, ਕਈ ਤਰ੍ਹਾਂ ਦੇ ਉਪਰਾਲੇ ਮਨ ਕਰ ਰਿਹਾ ਹੈ। ਮੂਲ ਨੂੰ ਮਿਲਣਾ ਚਾਹੁੰਦਾ ਨਾ, ਆਪਣੇ ਮੁੱਢ ਨੂੰ ਮਿਲਣਾ ਚਾਹੁੰਦਾ, ਉਹਦੇ ਲਈ ਇਹ ਕਈ ਤਰ੍ਹਾਂ ਦੇ ਯਤਨ, ਕਈ ਤਰ੍ਹਾਂ ਦੇ ਉਪਰਾਲੇ, ਕਈ ਤਰ੍ਹਾਂ ਦੇ ਉਦਮ ਮਨ ਕਰ ਰਿਹਾ। ਹੁਣ ਜਿਹੜੀ ਮੰਜ਼ਿਲ ਮਿੱਥ ਕੇ ਮਨ ਤੁਰਿਆ, ਜਿਸ ਦਿਨ ਉਹ ਮੰਜ਼ਿਲ ਮਿਲ ਜਾਏਗੀ, ਉਸ ਦਿਨ ਮਨ ਨੂੰ ਬੜੀ ਪ੍ਰਸੰਨਤਾ ਤੇ ਖੁਸ਼ੀ ਹੋਏਗੀ ਵੀ ਅੱਜ ਮੰਜ਼ਿਲ ਮੇਰੀ ਮੈਨੂੰ ਮਿਲੀ ਹੈ। ਇਹਨੂੰ ਹੋਰ ਸੁਖਾਲਾ ਕਰਦੇ ਹਾਂ। ਅਸੀਂ ਕਿਸੇ ਵਸਤੂ ਦੇ ਪ੍ਰਤੀ, ਵਸਤੂ ਨੂੰ ਹਾਸਲ ਕਰਨ ਦੇ ਲਈ ਆਪਣੇ ਮਨ ਵਿੱਚ ਲਾਲਸਾ ਰੱਖੀ ਵੀ ਮੈਨੂੰ ਆਹ ਪਦਾਰਥ ਮਿਲਣਾ ਚਾਹੀਦਾ ਹੈ। ਹੁਣ ਅਸੀਂ ਉਹ ਪਦਾਰਥ ਹਾਸਲ ਕਰਨ ਦੇ ਲਈ ਬੜੇ ਯਤਨ ਕਰਦੇ ਹਾਂ, ਬੜੇ ਉਦਮ ਕਰਦੇ ਹਾਂ, ਬੜੇ ਉਪਰਾਲੇ ਕਰਦੇ ਹਾਂ। ਜੇ ਸਾਡੀ ਪਹੁੰਚ ਨਹੀਂ ਹੁੰਦੀ, ਪਹਿਲਾਂ ਤੇ ਅਸੀਂ ਪਹੁੰਚ ਬਣਾਉਂਦੇ ਹਾਂ ਆਪਣੀ। ਸਾਡੀ ਸਮਰੱਥਾ ਨਹੀਂ, ਫਿਰ ਪਹਿਲਾਂ ਅਸੀਂ ਆਪਣੀ ਸਮਰੱਥਾ ਬਣਾਈ ਵੀ ਮੈਂ ਪਦਾਰਥ ਹਾਸਲ ਕਰਨਾ। ਕੋਈ ਸੰਸਾਰਿਕ ਪਦਾਰਥ ਰੱਖ ਲਓ। ਹੁਣ ਉਹ ਪਦਾਰਥ ਹਾਸਲ ਕਰਨ ਲਈ ਪਹਿਲਾਂ ਬੰਦਾ ਸਮਰੱਥਾ ਬਣਾਉਂਦਾ, ਆਪਣੀ ਪਹੁੰਚ ਬਣਾਉਂਦਾ, ਫਿਰ ਯਤਨ ਕਰਦਾ ਵੀ ਹੁਣ ਮੈਂ ਇਹਨੂੰ ਹਾਸਲ ਕਿਵੇਂ ਕਰਾਂ। ਇੱਕ ਦਿਨ ਆਉਂਦਾ ਜਿੱਦਣ ਉਹਦੇ ਕੀਤੇ ਹੋਏ ਸਾਰੇ ਯਤਨ, ਉਹਦੇ ਕੀਤੇ ਹੋਏ ਸਾਰੇ ਉਦਮ, ਉਹਦੇ ਵਰਤੇ ਹੋਏ ਸਾਰੇ ਉਪਰਾਲੇ ਸਫਲ ਹੋ ਜਾਂਦੇ ਤੇ ਉਹਨੂੰ ਪਦਾਰਥ ਮਿਲ ਜਾਂਦਾ। ਜਦੋਂ ਉਹ ਮਨ ਵਿਚਲੀ ਇੱਛਾ ਵਾਲਾ ਪਦਾਰਥ ਮਿਲਦਾ ਹੈ, ਭਾਵੇਂ 2 ਪਲ 4 ਪਲਾਂ ਲਈ ਸਕੂਨ ਮਿਲੇ, 10 ਪਲਾਂ ਲਈ, 4 ਦਿਨਾਂ ਲਈ ਸਕੂਨ ਮਿਲੇ, ਖੁਸ਼ੀ ਮਿਲੇ, ਮਨ ਨੂੰ ਪ੍ਰਸੰਨਤਾ ਬਹੁਤ ਮਿਲਦੀ ਹੈ। ਬੜੀ ਪ੍ਰਸੰਨਤਾ ਹੁੰਦੀ ਮਨ ਨੂੰ ਵੀ ਅੱਜ ਮੇਰੇ ਮਨ ਦੀ ਭਾਵਨਾ ਪੂਰੀ ਹੋਈ, ਅੱਜ ਮੈਂ ਬਹੁਤ ਪ੍ਰਸੰਨ ਹਾਂ ਕਿਉਂਕਿ ਮੈਨੂੰ ਜੋ ਪਦਾਰਥ ਚਾਹੀਦਾ ਸੀ ਅੱਜ ਉਹ ਪਦਾਰਥ ਮੈਂ ਹਾਸਲ ਕਰ ਲਿਆ। ਹੁਣ ਮਨ ਜਿਹੜਾ ਹੈ ਇਹ ਆਪਣੀ ਮੂਲ, ਆਪਣੇ ਜਿਹੜਾ ਸਰੂਪ ਹੈ ਉਹਨੂੰ ਪਛਾਣਨ ਵਾਸਤੇ ਤੁਰਿਆ। ਹੁਣ ਉਹਦੀ ਪਹਿਚਾਨ ਕਰਨ ਦੇ ਲਈ ਇਹ ਕਈ ਤਰ੍ਹਾਂ ਦੇ ਯਤਨ ਕਰ ਰਿਹਾ, ਕਈ ਤਰ੍ਹਾਂ ਦੇ ਉਦਮ ਵਰਤ ਰਿਹਾ, ਕਈ ਤਰ੍ਹਾਂ ਦੇ ਉਪਰਾਲੇ ਕਰ ਰਿਹਾ। ਹੁਣ ਇਹ ਤੁਰਿਆ ਜਾਂਦਾ, ਕਦੇ ਕਿਸੇ ਪਾਸੇ ਵੇਖਦਾ, ਕਦੇ ਕਿਸੇ ਪਾਸੇ ਵੀ ਸ਼ਾਇਦ ਮੇਰਾ ਮੂਲ, ਮੇਰਾ ਮੁੱਢ ਮੈਨੂੰ ਮਿਲ ਜਾਏ। ਮਨ ਕਈ ਤਰ੍ਹਾਂ ਦੇ ਯਤਨ ਕਰ ਰਿਹਾ, ਪਰ ਜਿਹੜੇ ਇਹਦੇ ਕੀਤੇ ਹੋਏ ਯਤਨ ਨੇ ਨਾ ਉਹ ਸਾਰੇ ਵਿਅਰਥ ਜਾ ਰਹੇ, ਕਿਉਂਕਿ ਅਜੇ ਤੱਕ ਨਾ ਇਹਨੂੰ ਮੂਲ ਮਿਲ ਰਿਹਾ, ਨਾ ਮੁੱਢ ਮਿਲ ਰਿਹਾ, ਨਾ ਹੀ ਇਹਨੂੰ ਕਿਸੇ ਜੋਤ ਦੀ ਅਜੇ ਤੱਕ ਆਪਣੀ ਅਸਲ ਸਰੂਪ ਦੀ ਪਹਿਚਾਣ ਹੋਈ ਹੈ। ਤੇ ਇੱਕ ਦਿਨ ਐਸਾ ਆਏਗਾ ਜਿਸ ਦਿਨ ਇਹ ਮਨ ਦੇ ਕੀਤੇ ਹੋਏ ਉਦਮ, ਇਹ ਮਨ ਦੇ ਕੀਤੇ ਹੋਏ ਉਪਰਾਲੇ ਸਫਲ ਹੋਣਗੇ, ਜੇ ਰਸਤਾ ਸਹੀ ਹੋਏਗਾ। ਤੇ ਜਿੱਦਣ ਇਹਨੂੰ ਜੋਤ ਦੀ ਪਹਿਚਾਣ ਹੋਏਗੀ, ਆਪਣੇ ਮੂਲ ਦੀ ਪਹਿਚਾਣ ਹੋਏਗੀ, ਉਸ ਦਿਨ ਖਿਆਲ ਕਰਿਓ ਮਨ ਦੀ ਪ੍ਰਸੰਨਤਾ ਸੀ ਕਦੇ ਵੀ ਨਹੀਂ ਆਖ ਸਕਦੇ ਕਿ ਮਨ ਕਿੰਨਾ ਕੁ ਪ੍ਰਸੰਨ ਤੇ ਕਿੰਨੀ ਕੁ ਪ੍ਰਸੰਨਤਾ ਦੇ ਵਿੱਚ ਹੈ, ਇਹਦੀ ਅੱਜ ਖੁਸ਼ੀ ਕਿੰਨੀ ਕੁ ਹੈ। ਹੁਣ ਸਤਿਗੁਰੂ ਜੀ ਨੇ ਜਿਹੜਾ ਜ਼ਿਕਰ ਕੀਤਾ, ਅੱਜ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਵਡਿਆਈ ਰੂਪ ਵਜੋਂ ਭੱਟ ਕਲ ਸਹਾਰ ਜੀ ਜੋ ਜ਼ਿਕਰ ਕਰ ਰਹੇ, ਰਿੱਧ ਵਿਗਾਸ ਜਾਗਿਓ, ਅਕਾਲ ਪੁਰਖ ਦੇ ਨਾਲ ਮਿਲਾਪ ਚਾਹੁੰਦੇ ਸਨ ਭਾਈ ਲਹਿਣਾ ਜੀ, ਤੇ ਉਸੇ ਮਿਲਾਪ ਨੂੰ ਲੱਭ ਰਹੇ ਸੀ, ਕਦੇ ਕਿਸੇ ਦਰ ਤੋਂ ਤੇ ਕਦੇ ਕਿਸੇ ਦਰ ਤੋਂ, ਪਰ ਰਿੱਧ ਵਿੱਚ ਵਿਗਾਸ ਨਹੀਂ ਸੀ ਆ ਰਿਹਾ, ਹਿਰਦੇ ਵਿੱਚ ਖੁਸ਼ੀ ਨਹੀਂ ਸੀ ਆ ਰਹੀ, ਹਿਰਦਾ ਖੇੜਾ ਨਾਲ ਨਹੀਂ ਸੀ ਭਰ ਰਿਹਾ, ਹਿਰਦਾ ਪ੍ਰਸੰਨਤਾ ਨੂੰ ਮਹਿਸੂਸ ਨਹੀਂ ਸੀ ਕਰ ਰਿਹਾ। ਹੁਣ ਜਦੋਂ ਗੁਰੂ ਨਾਨਕ ਸਾਹਿਬ ਕੋਲ ਚੱਲ ਕੇ ਆਏ, ਬਾਬੇ ਨਾਨਕ ਦਾ ਪ੍ਰੇਮ ਮਿਲਿਆ, ਬਾਬੇ ਨਾਨਕ ਦਾ ਸੰਗ ਮਿਲਿਆ, ਗੁਰੂ ਨਾਨਕ ਦੇ ਸੰਗ ਸਦਕਾ ਕੀ ਹੋਇਆ, ਉਹ ਅਕਾਲ ਪੁਰਖ ਜਿਹਨੂੰ ਭਾਈ ਲਹਿਣਾ ਜੀ ਮਿਲਣਾ ਚਾਹੁੰਦੇ ਸਨ, ਬਾਬੇ ਨਾਨਕ ਨੇ ਉਹਨਾਂ ਨਾਲ ਮਿਲਾਪ ਕਰਾਤਾ। ਜਦੋਂ ਗੁਰੂ ਨਾਨਕ ਸਾਹਿਬ ਨੇ
ਭਾਈ ਲਹਿਣਾ ਜੀ ਦਾ ਮਿਲਾਪ ਅਕਾਲ ਪੁਰਖ ਪਰਮੇਸ਼ਵਰ ਨਾਲ ਕਰਾਇਆ, ਜਿਹਦੇ ਨਾਲ ਭਾਈ ਲਹਿਣਾ ਜੀ ਮੇਲ ਕਰਨਾ ਚਾਹੁੰਦੇ ਸਨ। ਗੁਰੂ ਨਾਨਕ ਸਾਹਿਬ ਨੇ ਮੇਲ ਕਰਾਇਆ, ਬਸ ਮੇਲ ਹੋਣ ਦੀ ਦੇਰ ਸੀ, ਰਿੱਧ ਬਿਗਾਸ ਜਾਗਿਓ। ਹੁਣ ਮਨ ਖੇੜੇ ਦੇ ਵਿੱਚ ਹੈ, ਖੁਸ਼ੀ ਵਿੱਚ ਹੈ, ਪ੍ਰਸੰਨਤਾ ਦੇ ਅੰਦਰ ਹੈ। ਰਿੱਧ ਬਿਗਾਸ ਜਾਗਿਓ, ਅਲਖ ਕਲ ਧਰੀ ਜੁਗੰਤਰ। ਉਹ ਅਲਖ ਪ੍ਰਮਾਤਮਾ ਜਿਨੇ ਆਪਣੀ ਕਲ ਆਪਣੀ ਸਤਾ ਸੰਸਾਰ ਵਿੱਚ ਟਿਕਾ ਕੇ ਰੱਖੀ ਹੈ। ਸਤਿਗੁਰ ਸਹਿਜ ਸਮਾਦ ਰਵਿਓ ਸਮਾਨੰਤਰ। ਤੇ ਹੁਣ ਮਾਲਕ ਪਾਤਸ਼ਾਹ ਜੀ ਦੀ ਸ਼ੋਭਾ ਕਰਦੇ ਆਖਦੇ ਕਿ ਸਤਿਗੁਰੂ ਨੇ ਹਰੀ ਨੂੰ, ਜਿਹੜਾ ਪ੍ਰਮਾਤਮਾ ਹੈ ਨਾ, ਉਹ ਪ੍ਰਮਾਤਮਾ ਜਿਹੜਾ ਅਡੋਲ ਸਦਾ ਸਥਿਰ ਰਹਿਣ ਵਾਲਾ, ਆਪਣਾ ਆਸਣ ਲਾ ਕੇ ਬੈਠਾ ਹੈ, ਟਿਕਿਆ ਬੈਠਾ ਹੈ, ਉਸ ਹਰੀ ਪ੍ਰਮਾਤਮਾ ਨੂੰ ਹੁਣ ਗੁਰੂ ਅੰਗਦ ਦੇ ਪਾਤਸ਼ਾਹ ਨਿਤਾ ਪ੍ਰਤੀ ਅਡੋਲ ਅਵਸਥਾ ਵਿੱਚ ਟਿਕ ਕੇ ਹੀ ਉਹਨੂੰ ਸਿਮਰਦੇ ਨੇ। ਸਮਾਨ ਨਿਰੰਤਰ, ਸਮਾਨ ਇੱਕ ਸਮਾਨ, ਨਿਰੰਤਰ ਲਗਾਤਾਰ ਸਮਾਦ ਰਵਿਓ, ਸਮਾਦ ਵਿੱਚ ਰਵੇ ਹੋਏ ਨੇ। ਸਤਿਗੁਰ ਸਹਿਜ ਅਡੋਲ ਅਵਸਥਾ ਵਿੱਚ ਟਿਕਿਆ ਹੋਇਆ ਗੁਰੂ ਪਾਤਸ਼ਾਹ ਹੁਣ ਉਹ ਹਰੀ ਪ੍ਰਮਾਤਮਾ ਦੇ ਚਿੰਤਨ ਵਿੱਚ, ਉਹਦੀ ਯਾਦ ਵਿੱਚ ਨਿਰੰਤਰ ਜੁੜੇ ਹੋਏ ਹਨ। ਉਦਾਰੋ ਚਿਤ ਦਾਰਿਦ ਹਰਨ, ਪਿਖੰਤੇ ਕਲਮਲ ਤ੍ਰਸਨ। ਸਦ ਰੰਗ ਸਹਿਜ ਕਲ ਉਚਰੈ, ਜਸ ਜੰਪ ਲਹਿਣੇ ਰਸਨ। ਫਿਰ ਸਤਿਗੁਰੂ ਜੀ ਆਖਦੇ ਉਦਾਰੋ ਚਿੱਤ। ਉਦਾਰੋ ਦਾ ਮਤਲਬ ਹੁੰਦਾ ਹੈ ਬਹੁਤ ਖੁੱਲਾ। ਉਦਾਰ ਚਿੱਤ ਲਫ਼ਜ਼ ਵਰਤਿਆ ਜਾਂਦਾ ਅਸਲ ਵਿੱਚ। ਉਦਾਰ ਚਿੱਤ ਮਤਲਬ ਵੱਡੇ ਦਿਲ ਵਾਲਾ, ਖੁੱਲੇ ਦਿਲ ਵਾਲਾ। ਹੁਣ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਆ। ਭੱਟ ਕਲ ਜੀ ਕਹਿੰਦੇ ਉਦਾਰੋ ਚਿੱਤ। ਗੁਰੂ ਅੰਗਦ ਸੇ ਸਾਹਿਬ ਜੀ ਨਾ ਬੜੇ ਵੱਡੇ ਦਿਲ ਵਾਲੇ ਨੇ। ਕਹਿ ਸਕਦੇ ਆ ਵੀ ਜਿੱਦਾਂ ਦਾ ਬਾਬੇ ਨਾਨਕ ਦਾ ਵੱਡਾ ਦਿਲ ਸੀ, ਉਦਾਂ ਦਾ ਹੀ ਗੁਰੂ ਅੰਗਦ ਦੇ ਪਾਤਸ਼ਾਹ ਦਾ ਬਣ ਗਿਆ। ਦਾਰਿਦ ਹਰਨ, ਦਾਰਿਦ ਦਾ ਅਸਲ ਦੇ ਅੰਦਰ ਹੈ ਲਫ਼ਜ਼ ਦਲਿੱਦਰ, ਗਰੀਬੀ। ਦਾਰਿਦ ਹਰਨ, ਹਰਨ ਦਾ ਮਤਲਬ ਖੋਹ ਲੈਣਾ, ਲੈ ਲੈਣਾ। ਗੁਰੂ ਅੰਗਦ ਦੇ ਪਾਤਸ਼ਾਹ ਬੜੇ ਵੱਡੇ ਦਿਲ ਦੇ ਮਾਲਕ ਨੇ। ਏਡੇ ਵੱਡੇ ਦਿਲ ਦੇ ਮਾਲਕ ਨੇ ਕਿ ਉਹ ਹਰ ਇੱਕ ਦੀ ਗਰੀਬੀ ਲੈ ਕੇ ਆਪਣੇ ਕੋਲੋਂ ਅਮੀਰੀ ਦਿੰਦੇ ਨੇ। ਏਡੇ ਵੱਡੇ ਦਿਲ ਦੇ ਮਾਲਕ। ਨਹੀਂ ਤੇ ਕਿਹੜਾ ਜੀਵ ਹੈ ਜਿਹੜਾ ਆਪਣੇ ਕੋਲੋਂ ਅਮੀਰੀ ਦੇ ਕੇ ਤੇ ਦੂਜੇ ਦੀ ਗਰੀਬੀ ਆਪ ਲੈਂਦਾ ਹੋਵੇ। ਗਰੀਬੀ ਲੈਂਦੇ, ਗਰੀਬੀ ਦੂਰ ਕਰਦੇ ਨੇ ਗੁਰੂ ਅੰਗਦ ਦੇ ਪਾਤਸ਼ਾਹ, ਆਪਣੇ ਕੋਲੋਂ ਅਮੀਰੀ ਬਖਸ਼ਿਸ਼ ਕਰਦੇ ਨੇ। ਚਾਹੇ ਉਹ ਕਿਸੇ ਪ੍ਰਕਾਰ ਦੀ ਬਾਤ ਕਰ ਲੋ, ਚਾਹੇ ਸੰਸਾਰਕ ਤੌਰ ਦੀ ਅਮੀਰੀ ਦੀ ਗੱਲ ਕਰ ਲੋ, ਤੇ ਭਾਵੇਂ ਅਧਿਆਤਮਿਕ ਤੌਰ ਦੀ ਅਮੀਰੀ ਦੀ ਗੱਲ ਕਰ ਲੋ, ਭਾਵੇਂ ਗੁਣਾਂ ਦੀ ਅਮੀਰੀ ਦੀ ਗੱਲ ਕਰ ਲੋ। ਜਿਹਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨਾ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਇਹ ਐਸੀ ਕਲਾ ਵਾਪਰ ਰਹੀ, ਐਸੀ ਖੇਡ ਵਾਪਰ ਰਹੀ ਹੈ ਕਿ ਗੁਰੂ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਵੀ ਹੁਣ ਇਸੇ ਕਲਾ ਨੂੰ ਵਰਤਾ ਰਹੇ। ਦਾਰਿਦ ਹਰਨ, ਦੁੱਖ ਪਰ ਹਰ। ਜਿਹੜਾ ਜੀਵ ਦੁਖੀ ਹੋਇਆ ਆਉਂਦਾ ਹੈ, ਉਹ ਇੱਥੇ ਆ ਕੇ ਆਪਣੇ ਦੁੱਖਾਂ ਨੂੰ ਖਤਮ ਕਰ ਲੈਂਦਾ। ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰ ਤੇ ਆ ਕੇ ਆਪਣੇ ਦੁੱਖਾਂ ਤੋਂ ਛੁਟਕਾਰਾ ਕਰਵਾ ਕੇ, ਦੁੱਖਾਂ ਦਾ ਖਾਤਮਾ ਕਰਕੇ ਸੁੱਖਾਂ ਦਾ ਖਜ਼ਾਨਾ ਤੇ ਪ੍ਰਸੰਨਤਾ ਲੈ ਕੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹੋਇਆ ਤੇ ਮਾਲਕ ਦੇ ਦਰ ਤੋਂ ਖੁਸ਼ੀਆਂ ਲੈ ਕੇ ਜਾਂਦਾ ਹੈ। ਦਾਰਿਦ ਹਰਨ, ਸਤਿਗੁਰੂ ਪਾਤਸ਼ਾਹ ਦਾਰਿਦ ਹਰਨ ਵਾਲੇ ਨੇ। ਪਿਖੰਤਹ ਕਲਮਲ ਤ੍ਰਸਨ। ਤੇ ਨਾਲ ਸਤਿਗੁਰੂ ਜੀ ਆਖਦੇ, ਕਹਿੰਦੇ ਜਿਨ੍ਹਾਂ ਦੇ ਦਰਸ਼ਨ ਕੀਤੇ ਆ। ਭੱਟ ਕਲ ਸਹਾਰ ਜੀ ਵੀ ਉਹ ਗੁਰੂ ਪਾਤਸ਼ਾਹ ਜਿਹੜੇ ਬੜੇ ਖੁੱਲੇ ਦਿਲ ਦੇ ਮਾਲਕ ਨੇ, ਗਰੀਬੀ ਨੂੰ ਦੂਰ ਕਰਨ ਵਾਲੇ ਨੇ, ਤੇ ਜਿਨ੍ਹਾਂ ਨੂੰ ਪਿਖੰਤਹ, ਪਿਖੰਤਹ ਦਾ ਮਤਲਬ ਵੇਖਣਾ, ਜਿਨ੍ਹਾਂ ਦੇ ਦਰਸ਼ਨ ਕੀਤੇ ਆ। ਕਲ ਮਲ ਪਾਪ ਤ੍ਰਸਨ, ਸਾਰੇ ਦੇ ਸਾਰੇ ਪਾਪ ਤਰਸ ਜਾਂਦੇ ਨੇ, ਸੜ ਜਾਂਦੇ ਨੇ, ਮੁੱਕ ਜਾਂਦੇ ਨੇ। ਉਹ ਗੁਰੂ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ, ਜਿਨ੍ਹਾਂ ਦੇ ਪ੍ਰਤੀ ਅਗਾਂਹ ਜਾ ਕੇ ਭੱਟ ਜੀ ਨੇ ਬਚਨ ਕੀਤੇ। ਅਮੈ ਦ੍ਰਿਸ਼ਟ ਸ਼ੁਭ ਕਰੇ ਹਰੈ ਅਗ ਪਾਪ, ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਉਹੀ ਗੁਰੂ ਅੰਗਦ ਦੇ ਪਾਤਸ਼ਾਹ ਜਿਨ੍ਹਾਂ ਦੇ ਦਰਸ਼ਨ ਕੀਤੇ ਆ, ਜਿਨ੍ਹਾਂ ਦੇ ਦੀਦਾਰ ਕੀਤੇ ਆ, ਜੀਵ ਆਪਣੇ ਜੀਵਨ ਦੇ ਅੰਦਰ
ਪਾਕ ਤੇ ਪਵਿੱਤਰ ਬਣ ਜਾਂਦਾ ਹੈ, ਆਪਣੀ ਜ਼ਿੰਦਗੀ ਦੇ ਵਿੱਚੋਂ ਸਾਰੇ ਪਾਪਾਂ ਤੋਂ ਛੁਟਕਾਰਾ ਕਰਵਾ ਲੈਂਦਾ ਹੈ, ਸਾਰੇ ਕਰਮਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਇੱਥੋਂ ਤੱਕ ਵਿਕਾਰ ਜਿਹੜੇ ਨੇ ਨਾ, ਗੁਰੂ ਸਾਹਿਬ ਦੇ ਦਰਸ਼ਨ ਕੀਤੇ ਆ, ਦੀਦਾਰ ਕੀਤੇ ਆ, ਦੀਦਾਰ ਕਰਨ ਵਾਲਾ ਜੀਵ ਆਪਣੇ ਜੀਵਨ ਵਿਚਲੇ ਵਿਕਾਰਾਂ ਤੇ ਵੀ ਕਾਬੂ ਪਾ ਲੈਂਦਾ ਹੈ। ਉਦਾਰੋ ਚਿੱਤ ਦਾਰਿਦ ਹਰਨ ਪੇਖੰਤਹ ਕਲ ਮਲ ਤਰਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲਹਿਣੇ ਰਸਨ। ਤੇ ਭੱਟ ਕਲ ਸਹਾਰ ਜੀ ਆਖਦੇ ਕਿ ਮੈਂ ਕਲ ਸਹਾਰ ਸਦੀਵ ਪ੍ਰੇਮ ਦੇ ਨਾਲ ਸਹਿਜ ਹੀ, ਸਹਿਜ ਸੁਭਾਅ ਮੇਰੀ ਰਸਨਾ ਜਿਹੜੀ ਹੈ ਨਾ, ਉਹ ਭਾਈ ਲਹਿਣਾ ਜੀ ਦਾ, ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦਾ ਜਸ ਉਚਾਰਦੀ ਹੈ। ਮੈਂ ਯਤਨ ਨਹੀਂ, ਮੇਰਾ ਕੋਈ ਬਲ ਨਹੀਂ, ਮੇਰੀ ਕੋਈ ਤਾਕਤ ਨਹੀਂ, ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ, ਗੁਰੂ ਨਾਨਕ ਸਾਹਿਬ ਦੀ ਰਹਿਮਤ ਦੇ ਸਦਕਾ, ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉਪਕਾਰ ਦੇ ਸਦਕਾ ਮੇਰੀ ਰਸਨਾ ਸਹਿਜ ਸੁਭਾਅ ਹੀ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਸ਼ੋਭਾ ਉਚਾਰਦੀ ਹੈ। ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹੈ ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰਹਿ ਬੋਹੈ। ਨਾਮ ਅਵਖਦ, ਨਾਮ ਕੀ ਹੈ? ਦਵਾਈ ਹੈ। ਨਾਮ ਆਧਾਰ, ਨਾਮ ਆਸਰਾ ਹੈ। ਅਰ ਨਾਮ ਸਮਾਧ ਸੁਖ, ਨਾਮ ਹੀ ਸਮਾਧੀ ਤੇ ਸੁਖ ਹੈ, ਜਾਂ ਇਉਂ ਕਹਿ ਲੋ ਵੀ ਸੁੱਖਾ ਵਾਲੀ ਸਮਾਧੀ ਹੈ ਨਾਮ। ਸਦਾ ਨਾਮ ਨਿਸ਼ਾਨ ਸੋ ਹੈ। ਤੇ ਹੁਣ ਸਦਾ ਨਾਮ ਦੀ ਜਿਹੜੀ ਮੋਹਰ ਹੈ ਨਾ, ਨਿਸ਼ਾਨ ਦਾ ਅਰਥ ਮੋਹਰ ਤੇ ਝੰਡਾ ਵੀ ਕੀਤਾ ਜਾਂਦਾ। ਇਉਂ ਕਹਿ ਲੋ ਵੀ ਜਿਹੜੇ ਨਾਮ ਦਾ ਨਿਸ਼ਾਨ ਹੈ ਉਹ ਹਰ ਵਕਤ ਹੁਣ ਝੁੱਲ ਰਿਹਾ। ਗੁਰੂ ਅੰਗਦ ਦੇ ਪਾਤਸ਼ਾਹ, ਤੁਹਾਡੇ ਨਾਮ ਦਾ ਨਿਸ਼ਾਨ ਹਰ ਵਕਤ ਝੁੱਲ ਰਿਹਾ ਹੈ। ਜਾਂ ਇਉਂ ਕਹਿ ਲਈਏ ਸਤਿਗੁਰੂ, ਜਿਹੜਾ ਤੁਹਾਡੇ ਨਾਮ ਦੀ ਮੋਹਰ ਲੈ ਲੈਂਦਾ ਉਹ ਹਮੇਸ਼ਾ ਹੀ ਸ਼ੋਭਤ ਹੈ। ਕਿਉਂਕਿ ਤੁਹਾਡਾ ਨਾਮ ਕੀ ਹੈ? ਅਵਖਦ, ਦਵਾਈ ਹੈ ਤੁਹਾਡਾ ਨਾਮ। ਤੇ ਤੁਹਾਡਾ ਨਾਮ ਹੀ ਆਧਾਰ ਹੈ। ਜਿੱਥੇ ਤੁਹਾਡਾ ਨਾਮ ਦਵਾਈ ਤੇ ਆਧਾਰ ਹੈ ਸਤਿਗੁਰੂ, ਉੱਥੇ ਤੁਹਾਡੇ ਨਾਮ ਦੀ ਸਮਾਧੀ ਵਿੱਚ ਜੁੜ ਕੇ ਬੈਠਣਾ ਹੀ ਸੁੱਖਾਂ ਵਾਲੀ ਸਮਾਧੀ ਹੈ। ਇਹਦੇ ਤੋਂ ਬਿਨਾਂ ਤੇ ਸੁੱਖਾਂ ਵਾਲੀ ਸਮਾਧੀ ਵੀ ਕੋਈ ਨਹੀਂ। ਜੀਵ ਜਿਵੇਂ ਮਰਜ਼ੀ ਸਮਾਧੀ ਲਾ ਕੇ ਬੈਠਾ ਹੋਵੇ, ਆਪਣੇ ਆਪ ਨੂੰ ਬੜਾ ਖੁਸ਼ਹਾਲ ਤੇ ਬੜਾ ਸੁਖੀ ਮੰਨਦਾ ਹੋਵੇ ਕਿ ਮੇਰੀ ਸਮਾਧੀ ਲੱਗੀ, ਮੈਂ ਬਹੁਤ ਪ੍ਰਸੰਨ ਆ, ਪਰ ਮਾਲਕ ਜੀ ਦੀ ਸ਼ੋਭਾ ਵਿੱਚ ਅੱਜ ਭੱਟ ਕਲ ਜੀ ਜੋ ਕਹਿ ਰਹੇ ਨੇ, ਕਹਿੰਦੇ ਗੁਰੂ ਅੰਗਦ ਦੇ ਪਾਤਸ਼ਾਹ ਤੁਹਾਡੇ ਨਾਮ ਵਿੱਚ ਜੁੜਨਾ, ਮਤਲਬ ਤੁਹਾਡੇ ਚਿੰਤਨ ਵਿੱਚ। ਜੇ ਆਪਾਂ ਵੇਖਾਂਗੇ ਤੇ ਗੁਰੂ ਅੰਗਦ ਦੇ ਪਾਤਸ਼ਾਹ ਦੇ ਚਿੰਤਨ ਵਿੱਚ ਜੁੜਨਾ ਭਾਵ ਰੱਬ ਦੀ ਯਾਦ ਵਿੱਚ ਜੁੜਨਾ, ਅਕਾਲ ਪੁਰਖ ਦੇ ਚਿੰਤਨ ਵਿੱਚ ਜੁੜਨਾ। ਤੇ ਅਕਾਲ ਪੁਰਖ ਦਾ ਚਿੰਤਨ ਕੀ ਹੈ? ਆਧਾਰ। ਅਕਾਲ ਪੁਰਖ ਦਾ ਚਿੰਤਨ ਕੀ ਹੈ? ਅਵਖਦ। ਅਕਾਲ ਪੁਰਖ ਦਾ ਚਿੰਤਨ ਕੀ ਹੈ? ਸੁਖਾਂ ਦੀ ਸਮਾਧੀ। ਤੇ ਜੇ ਸਾਡੇ ਕੋਲ ਅਕਾਲ ਪੁਰਖ ਦਾ ਚਿੰਤਨ ਨਹੀਂ, ਅਸੀਂ ਭਾਵੇਂ ਚੌਂਕੜਾ ਮਾਰ ਕੇ ਜਿੱਡੀ ਮਰਜ਼ੀ ਵੱਡੀ ਸਮਾਧੀ ਲਾ ਕੇ ਬੈਠੇ ਰਹੀਏ, ਕਿੱਥੇ ਸਕੂਨ ਹੈ? ਸਮਾਧੀ ਸਰੀਰ ਕਰਕੇ ਲਾ ਲੈਣੀ, ਚੌਂਕੜਾ ਮਾਰ ਕੇ ਬਹਿ ਜਾਣਾ, ਇਹ ਮਨ ਦਾ ਸਕੂਨ ਨਹੀਂ ਜੇ ਦਿੰਦਾ। ਸਰੀਰ ਕਰਕੇ ਚੌਂਕੜਾ ਮਾਰ ਕੇ ਸਮਾਧੀ ਲਾ ਕੇ ਬੈਠ ਕੇ ਮਨ ਤੇ ਅਜੇ ਵੀ ਦੌੜਿਆ ਫਿਰਦਾ। ਟਿਕਾਉਣਾ ਤੇ ਮਨ ਹੈ, ਸਰੀਰ ਤੇ ਟਿਕ ਹੀ ਜਾਏਗਾ। ਜੇ ਮਨ ਟਿਕ ਗਿਆ ਨਾ, ਖਿਆਲ ਕਰਿਓ ਤਨ ਆਪਣੇ ਆਪੇ ਟਿਕ ਜਾਣਾ। ਤੇ ਜੇ ਮਨ ਹੀ ਨਾ ਟਿਕਿਆ, ਕੱਲਾ ਤਨ ਟਿਕਾ ਕੇ ਸ਼ਾਇਦ ਅਸੀਂ ਲਾਭ ਵੀ ਕੁਝ ਨਾ ਖੱਟ ਸਕੀਏ ਆਪਣੇ ਜੀਵਨਾਂ ਦੇ ਅੰਦਰ। ਪਹਿਲੋਂ ਤਨ ਨਹੀਂ, ਪਹਿਲੋਂ ਮਨ ਟਿਕਾਉਣ ਦੀ ਬਾਤ ਹੈ। ਪਰ ਅਸੀਂ ਕੇਵਲ ਤਨ ਹੀ ਟਿਕਾਇਆ। ਤੇ ਕਦੇ ਭਾਈ ਗੁਰਦਾਸ ਜੀ ਨੂੰ ਪੜ੍ਹ ਕੇ ਵੇਖੋ ਨਾ, ਬੜਾ ਪਿਆਰਾ ਜ਼ਿਕਰ ਕੀਤਾ ਸੀ। ਕਹਿੰਦੇ ਗਾਏ ਸੁਣੈ ਆਂਖੇ ਮੀਚੈ ਪਾਈਐ ਨਾਮ ਪਰਮ ਪਦ। ਅਸੀਂ ਕੱਲਾ ਗਾਉਣ ਦੇ ਨਾਲ, ਸੁਣਨ ਦੇ ਨਾਲ, ਅੱਖਾਂ ਮੀਚ ਕੇ ਬਹਿ ਕੇ ਸਮਾਧੀਆਂ ਵਿਖਾਉਣ ਦੇ ਨਾਲ, ਕਿਉਂਕਿ ਲੱਗੀ ਨਹੀਂ ਹੈ ਸਮਾਧੀ, ਸਿਰਫ ਵਿਖਾਈ ਹੈ। ਤੇ ਸਮਾਧੀਆਂ ਵਿਖਾਉਣ ਦੇ ਨਾਲ, ਗਾਉਣ ਦੇ ਨਾਲ ਜਾਂ ਸੁਣਨ ਦੇ ਨਾਲ, ਅੱਖਾਂ ਮੀਚ ਲੈਣ ਦੇ ਨਾਲ ਪਾਈਐ ਨਾਮ ਪਰਮ ਪਦ। ਕਦੇ ਪਰਮ ਪਦ ਜਿਹੜਾ ਨਾ, ਉਹਦੀ ਪ੍ਰਾਪਤੀ ਨਹੀਂ ਹੁੰਦੀ,
ਉੱਚੀ ਅਵਸਥਾ ਜਿਹੜੀ ਉਹ ਨਹੀਂ ਮਿਲਿਆ ਕਰਦੀ ਜਦੋਂ ਤੱਕ ਗੁਰ ਉਪਦੇਸ਼ ਗਹਿ, ਜਦੋਂ ਤੋਂ ਗੁਰੂ ਦੇ ਉਪਦੇਸ਼ ਨੂੰ ਪਕੜ ਕੇ ਜੋ ਲਓ ਨਾ ਕਮਾਈਐ, ਜਦੋਂ ਤੱਕ ਅਸੀਂ ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਦਿਆਂ ਹੋਇਆਂ ਗੁਰੂ ਦੇ ਉਪਦੇਸ਼ ਨੂੰ ਪਕੜ ਕੇ ਆਪਣੇ ਜੀਵਨ ਦੇ ਵਿੱਚ ਕਮਾ ਨਹੀਂ ਲੈਂਦੇ, ਉਦੋਂ ਤੱਕ ਭਾਈ ਗੁਰਦਾਸ ਕਹਿੰਦੇ ਕਦੇ ਪਰਮ ਪਦ ਜਿਹੜਾ ਨਾ ਅਸੀਂ ਉਹ ਹਾਸਲ ਨਹੀਂ ਕਰ ਸਕਦੇ, ਭਾਵੇਂ ਅਸੀਂ ਜਿੰਨੀ ਮਰਜ਼ੀ ਆਪਣੀ ਸਮਾਧੀ ਜਿਹੜੀ ਉਹ ਲੋਕਾਂ ਨੂੰ ਵਿਖਾਉਂਦੇ ਫਿਰੀਏ, ਕਿਉਂਕਿ ਸਮਾਧੀ ਲੱਗੀ ਨਹੀਂ, ਸਿਰਫ ਅਸੀਂ ਵਿਖਾਈ ਹੈ। ਨਾਮ ਅਵਖਦ, ਹੁਣ ਸਤਿਗੁਰੂ ਜੀ ਦੀ ਬਾਣੀ ਪੜਨ ਵਾਲੇ ਸੱਜਣ ਬੈਠੇ ਹੋ, ਮਾਲਕ ਪਾਤਸ਼ਾਹ ਬਾਣੀ 'ਚ ਇਸ ਗੱਲ ਦੀ ਪ੍ਰੋੜਤਾ ਕਰਦੇ ਕਿ ਹਰ ਹਰ ਨਾਮ ਔਖਦ ਮੁਖ ਦੇਵੈ ਕਾਟੈ ਜਮ ਕੀ ਫੰਦਾ। ਨਾਮ ਔਖਦ ਹੈ, ਬੜਾ ਵੱਡਾ ਇੱਕ ਦਾਰੂ ਹੈ ਜਿਹਨੂੰ ਸਤਿਗੁਰੂ ਜੀ ਨੇ ਬਾਣੀ ਦੇ ਅੰਦਰ ਇੱਕ ਵਾਰੀ ਨਹੀਂ ਕਈ ਵਾਰੀ ਇਸ ਗੱਲ ਦਾ ਜ਼ਿਕਰ ਕੀਤਾ, ਕਈ ਵਾਰ ਇਸ ਬਾਤ ਦੀ ਪ੍ਰੋੜਤਾ ਸਤਿਗੁਰੂ ਜੀ ਕਰਦੇ ਕਿ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਨਾ ਉਹ ਸਾਰੇ ਦੁੱਖਾਂ ਦਾ ਦਾਰੂ, ਸਾਰੇ ਦੁੱਖਾਂ ਦੀ ਦਵਾਈ ਹੈ। ਜੇ ਕਿਤੇ ਜੀਵ ਨੂੰ ਲੈਣ ਦੀ ਜਾਚ ਆ ਜਾਏ, ਅਰਾਧਨ ਦੀ ਕਿਤੇ ਜਾਚ ਆ ਜਾਏ। ਹੁਣ ਸਤਿਗੁਰੂ ਜੀ ਨੇ ਅੱਜ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਵਡਿਆਈ ਕਰਦਿਆਂ ਭੱਟ ਕਲ ਸਹਾਰ ਜੀ ਆਖਦੇ, ਕਹਿੰਦੇ ਨਾਮ ਅਵਖਦ, ਗੁਰੂ ਅੰਗਦ ਦੇ ਪਾਤਸ਼ਾਹ ਜੀ ਤੁਹਾਡਾ ਨਾਮ ਜਿਹੜਾ ਉਹ ਦਵਾਈ ਹੈ, ਔਰ ਨਾਮ ਆਧਾਰ, ਤੁਹਾਡਾ ਨਾਮ ਜਿਹੜਾ ਉਹ ਆਧਾਰ ਵੀ ਹੈ, ਜੀਵਾਂ ਦਾ ਆਸਰਾ ਵੀ ਹੈ। ਜਿਹੜਾ ਅਕਾਲ ਪੁਰਖ ਦਾ ਆਸਰਾ ਤੱਕ ਲੈਂਦਾ ਉਹਨੂੰ ਕਿਸੇ ਹੋਰ ਆਸਰੇ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਜਿਹੜਾ ਅਕਾਲ ਪੁਰਖ ਦਾ ਆਸਰਾ ਆਪਣੇ ਜੀਵਨ ਵਿੱਚ ਲੈ ਲੈਂਦਾ ਹੈ, ਫਿਰ ਨਾਮ ਸਮਾਦ ਸੁਖ, ਨਾਮ ਹੀ ਸੁੱਖਾਂ ਦੀ ਸਮਾਧੀ। ਔਰ ਜਿਹਨੂੰ ਨਾਮ ਦਾ ਨਿਸ਼ਾਨ ਮਿਲ ਜਾਂਦਾ ਹੈ, ਨਾਮ ਦੀ ਮੋਹਰ ਜਿਹਦੇ ਤੇ ਲੱਗ ਜਾਂਦੀ ਹੈ, ਉਹ ਹਮੇਸ਼ਾ ਸ਼ੋਭਦਾ ਹੈ। ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਤੁਹਾਡੇ ਨਾਮ ਦਾ ਨਿਸ਼ਾਨ ਹਰ ਵਕਤ ਹੀ ਹੁਣ, ਤੁਹਾਡੇ ਨਾਮ ਦਾ ਜਿਹੜਾ ਝੰਡਾ ਉਹ ਝੂਲਦਾ ਹੋਇਆ ਹਰ ਵਕਤ ਹੀ ਸ਼ੋਭ ਰਿਹਾ ਹੈ। ਰੰਗ ਰਤੋ ਨਾਮ ਸਿਓ, ਕਲ ਨਾਮ ਸੁਰ ਨਰਹਿ ਬੋਹੈ। ਫਿਰ ਸਤਿਗੁਰੂ ਪਾਤਸ਼ਾਹ ਜੀ ਦੀ ਵਡਿਆਈ ਕਰਦੇ ਆਖਦੇ, ਰੰਗ ਰਤੋ ਨਾਮ ਸਿਓ, ਜਿਹੜਾ ਰੱਬ ਜੀ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ, ਗੁਰੂ ਅੰਗਦ ਦੇ ਪਾਤਸ਼ਾਹ ਜਿਹੜਾ ਆਪ ਜੀ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ, ਜਿਨੇ ਆਪ ਜੀ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਿਆ, ਜਿਨੇ ਆਪ ਜੀ ਨਾਲ ਆਪਣਾ ਪ੍ਰੇਮ ਬਣਾ ਲਿਆ, ਤੇ ਉਹ ਜੀਵ ਰੰਗ ਰਤੋ ਨਾਮ ਸਿਓ, ਕਲ ਨਾਮ ਸੁਰ ਨਰ ਬੋਹੈ। ਜਿਨੇ ਆਪਣੇ ਜੀਵਨ ਦੇ ਅੰਦਰ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਦਾ ਸਹਾਰਾ ਲੈ ਲਿਆ, ਕਹਿੰਦੇ ਫਿਰ ਉਹ ਹਰ ਇੱਕ ਮਨੁੱਖ ਨੂੰ ਸੁਗੰਧਿਤ ਕਰ ਦਿੰਦਾ ਹੈ। ਜਿਹੜਾ ਰੱਬ ਦੇ ਨਾਮ ਦਾ ਆਸਰਾ ਲੈਂਦਾ ਹੈ, ਉਹ ਜਿੱਥੇ ਆਪਾਂ ਇਹ ਕਹਿੰਦੇ ਆ ਨਾ ਕਿ ਜੀਵ ਜਿਨੇ ਰੱਬ ਦੇ ਨਾਮ ਦਾ ਆਸਰਾ ਲਿਆ, ਉਹ ਭਾਵੇਂ ਜਿੰਨਾ ਮਰਜ਼ੀ ਮਾੜਾ ਹੈ ਉਹ ਚੰਗਾ ਹੋ ਜਾਂਦਾ ਹੈ, ਉਹਦਾ ਜੀਵਨ ਵੀ ਸੁਗੰਧੀ ਨਾਲ ਭਰ ਜਾਂਦਾ, ਉਹ ਖੁਸ਼ਹਾਲੀ ਨਾਲ ਭਰ ਜਾਂਦਾ, ਚੰਗੇ ਗੁਣਾਂ ਨਾਲ ਭਰ ਜਾਂਦਾ ਹੈ। ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਜਪਜੀ ਦੇ ਅੰਦਰ ਆਖਿਆ ਸੀ ਕਿ ਉਹ ਅਕਾਲ ਪੁਰਖ ਐਸਾ ਬੜਾ ਵੱਡਾ ਦਾਤਾ ਹੈ ਕਿ ਨਾਨਕ ਨਿਰਗੁਣ ਗੁਣ ਕਰੇ। ਹੁਣ ਉਹ ਅਕਾਲ ਪੁਰਖ ਕੀ ਕਰਦਾ, ਨਿਰਗੁਣਿਆਂ ਨੂੰ ਗੁਣ ਦਿੰਦਾ। ਤੇ ਇਹ ਥੋੜੀ ਹੈ ਵੀ ਉਹ ਕੱਲਾ ਨਿਰਗੁਣਿਆਂ ਨੂੰ ਗੁਣ ਦੇਈ ਜਾਂਦਾ ਤੇ ਜਿਹੜਾ ਗੁਣਵਾਨ ਹੈ ਉਹ ਸਖਣਾ ਹੋ ਜਾਂਦਾ ਹੈ। ਸਤਿਗੁਰੂ ਨੇ ਨਾਲ ਜ਼ਿਕਰ ਕਰਦਿਆਂ ਆਖਿਆ ਸੀ ਕਿ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਹੁਣ ਜਿਹੜੇ ਪਹਿਲੋਂ ਗੁਣਾਂ ਦੇ ਮਾਲਕ ਨੇ ਉਹਨਾਂ ਦੇ ਗੁਣਾਂ ਵਿੱਚ ਹੋਰ ਵਾਧਾ ਕਰਦਾ ਹੈ, ਤੇ ਜਿਹੜੇ ਗੁਣਾਂ ਤੋਂ ਹੀਣੇ ਸਖਣੇ ਨੇ ਉਹਨਾਂ ਨੂੰ ਗੁਣਾਂ ਦੀ ਦਾਤ ਬਖਸ਼ਿਸ਼ ਕਰਦਾ। ਜਿਹੜੇ ਤੇ ਪਹਿਲਾਂ ਹੀ ਚੰਗੇ ਨੇ, ਜਿਹੜਾ ਇੱਥੇ ਜ਼ਿਕਰ ਕੀਤਾ ਭੱਟ ਕਲ ਜੀ ਨੇ, ਜਿਹੜੇ ਤੇ ਪਹਿਲੋਂ ਚੰਗੇ ਨੇ ਮਤਲਬ ਜਿਨ੍ਹਾਂ ਨੇ ਚੰਗਿਆਈ ਆਪਣੇ ਜੀਵਨ ਵਿੱਚ ਕਮਾਈ, ਗੁਰੂ ਅੰਗਦ ਦੇ ਪਾਤਸ਼ਾਹ ਤੁਹਾਡੇ ਨਾਮ ਨੇ ਉਹਨਾਂ ਨੂੰ ਵੀ ਸੁਗੰਧਿਤ ਕਰ ਦਿੱਤਾ, ਉਹਨਾਂ 'ਚ ਚੰਗਿਆਈਆਂ ਦਾ ਹੋਰ ਵਾਧਾ ਹੋਇਆ। ਤੇ ਜਿਹੜੇ ਸੁਗੰਧਿਤ ਨਹੀਂ ਸਨ, ਜਿਨ੍ਹਾਂ ਕੋਲ ਚੰਗਿਆਈ ਨਹੀਂ ਸੀ, ਸਤਿਗੁਰੂ ਅੰਗਦ ਦੇ ਪਾਤਸ਼ਾਹ ਤੁਹਾਡੇ ਨਾਮ ਦਾ ਸਹਾਰਾ ਲੈਂਦਿਆਂ, ਤੁਹਾਡੇ ਨਾਮ ਦਾ ਆਧਾਰ ਲੈਂਦਿਆਂ, ਤੁਹਾਡੇ ਨਾਮ ਦੀ ਆਰਾਧਨਾ ਕਰਦਿਆਂ ਜਿਹੜੇ ਤੁਹਾਡੇ ਰੰਗ ਵਿੱਚ ਰੱਤੇ ਗਏ, ਉਹ ਵੀ ਜੀਵ ਜਿਹੜੇ ਸਾਰੇ ਸੁਗੰਧੀ ਵਾਲੇ ਹੀ ਬਣ ਗਏ। ਨਾਮ ਪਰਸ ਜਿਨ ਪਾਇਓ, ਸਤ ਪ੍ਰਗਟਿਓ ਰਵ ਲੋਏ। ਦਰਸ਼ਨ ਪਰਸੈ ਗੁਰੂ ਕੈ, 860 ਮੱਜਨ ਹੋਏ। ਨਾਮ ਪਰਸ ਜਿਨ ਪਾਇਓ,
ਹੁਣ ਇੱਥੇ ਪਰਸ ਦਾ ਅਰਥ ਨਾ ਜਿਹੜਾ ਉਹ ਦੋ ਰੂਪਾਂ ਵਿੱਚ ਕੀਤਾ ਗਿਆ। ਇੱਕ ਤੇ ਪਰਸ ਦਾ ਮਤਲਬ ਜਿਹਨੂੰ ਆਪਾਂ ਕਹਿੰਦੇ ਸਪਰਸ਼ਤਾ, ਟੱਚ, ਤੇ ਇੱਕ ਪਰਸ ਦਾ ਮਤਲਬ ਇੱਥੇ ਕੀਤਾ ਗਿਆ ਪਾਰਸ, ਨਾਮ ਰੂਪੀ ਪਾਰਸ। ਨਾਮ ਪਰਸ ਜਿਨ ਪਾਇਓ, ਜਿਨਨੇ ਨਾਮ ਦੀ ਸਪਰਸ਼ਤਾ ਨੂੰ ਹਾਸਲ ਕੀਤਾ, ਜਿਨਨੇ ਨਾਮ ਦੇ ਪਾਰਸ ਨੂੰ ਹਾਸਲ ਕਰ ਲਿਆ। ਸਤ ਪ੍ਰਗਟਿਓ, ਉਸ ਦਾ ਸਤ ਰੂਪ ਮਤਲਬ ਉਹਦੀ ਸੱਤਾ ਕਹਿ ਲਓ, ਉਹਦੀ ਤਾਕਤ ਕਹਿ ਲਓ, ਉਹਦਾ ਬਲ ਕਹਿ ਲਓ। ਸਤ ਪ੍ਰਗਟਿਓ ਰਵ ਲੋਏ, ਸਾਰੀ ਦੀ ਸਾਰੀ ਲੋਏ ਵਿੱਚ, ਲੁਕਾਈ ਦੇ ਅੰਦਰ ਸਤ ਪ੍ਰਗਟਿਓ ਰਵ, ਉਹਦਾ ਜਿਹੜਾ ਸਤ ਸੀ ਸੂਰਜ ਵਾਂਗੂ, ਉਹਦਾ ਸਤ ਰੂਪ ਸੂਰਜ ਕਹਿ ਲਓ, ਸੰਸਾਰ ਦੇ ਵਿੱਚ ਚਮਕ ਗਿਆ, ਜਾਂ ਉਹ ਜੀਵ ਸੰਸਾਰ ਵਿੱਚ ਚਮਕ ਗਿਆ, ਜਿਨਨੇ ਰੱਬ ਦੇ ਨਾਮ ਰੂਪੀ ਪਾਰਸ ਨੂੰ ਹਾਸਲ ਕਰ ਲਿਆ, ਜਿਨਨੇ ਨਾਮ ਦੀ ਸਪਰਸ਼ਤਾ ਨੂੰ ਹਾਸਲ ਕਰ ਲਿਆ। ਗੁਰੂ ਅੰਗਦ ਦੇਵ ਪਾਤਸ਼ਾਹ, ਤੁਸੀਂ ਗੁਰੂ ਨਾਨਕ ਸਾਹਿਬ ਦੇ ਦਰ ਤੇ ਆਏ, ਬਾਬੇ ਨਾਨਕ ਦੇ ਦਰ ਤੇ ਆ ਕੇ ਬਾਬੇ ਨਾਨਕ ਦੀ ਸਪਰਸ਼ਤਾ ਨੂੰ ਹਾਸਲ ਕੀਤਾ। ਬਾਬੇ ਨਾਨਕ ਦੀ ਸਪਰਸ਼ਤਾ ਜਦੋਂ ਤੁਹਾਨੂੰ ਮਿਲੀ, ਤੁਸੀਂ ਸਾਰੇ ਸਮਾਜ ਵਿੱਚ ਪ੍ਰਗਟ ਹੋ ਗਏ। ਬਾਬੇ ਨਾਨਕ ਨੇ ਤੁਹਾਨੂੰ ਆਪਣਾ ਸਰੂਪ ਬਣਾ ਲਿਆ। ਤੇ ਗੁਰੂ ਅੰਗਦ ਦੇ ਪਾਤਸ਼ਾਹ ਜੀ, ਹੁਣ ਜਿਹੜਾ ਤੁਹਾਡੇ ਦਰ ਤੇ ਚੱਲ ਕੇ ਆਏਗਾ, ਜਿਵੇਂ ਤੁਸੀਂ ਗੁਰੂ ਨਾਨਕ ਨੂੰ ਗੁਰੂ ਮੰਨ ਕੇ ਸੇਵਿਆ, ਗੁਰੂ ਨਾਨਕ ਦੇ ਹਰ ਹੁਕਮ ਦੀ ਪਾਲਣਾ ਕੀਤੀ, ਗੁਰੂ ਨਾਨਕ ਦੀ ਹਰ ਇੱਕ ਜਿਹੜੀ ਹੁਕਮ ਸੀ, ਗੁਰੂ ਨਾਨਕ ਦੇ ਹਰ ਇੱਕ ਬੋਲ ਨੂੰ ਤੁਸੀਂ ਆਪਣੇ ਜੀਵਨ ਦੇ ਅੰਦਰ ਪ੍ਰਵਾਨਦਿਆਂ, ਮੰਨਦਿਆਂ, ਹਰ ਹੁਕਮ ਨੂੰ ਸਿਰ ਮੱਥੇ ਕਰਕੇ ਜਾਣਿਆ, ਤੇ ਗੁਰੂ ਨਾਨਕ ਦੀ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਧਾਰਨ ਕੀਤਾ, ਤੇ ਤੁਹਾਡਾ ਜਿਹੜਾ ਸਤ ਦਾ ਸੂਰਜ ਸੀ ਨਾ, ਉਹ ਸਾਰੇ ਸਮਾਜ ਵਿੱਚ ਪ੍ਰਗਟ ਹੋ ਗਿਆ। ਹੁਣ ਵਡਿਆਈ ਗੁਰੂ ਅੰਗਦ ਦੇ ਪਾਤਸ਼ਾਹ ਜੀ ਦੀ ਹੈ। ਤੇ ਭੱਟ ਕਲ ਸਹਾਰ ਜੀ ਕਹਿੰਦੇ, ਗੁਰੂ ਅੰਗਦ ਦੇ ਪਾਤਸ਼ਾਹ, ਜਿਹੜਾ ਜੀਵ ਚੱਲ ਕੇ ਤੁਹਾਡੇ ਦਰ ਤੇ ਆਏਗਾ, ਚਾਹੇ ਉਹ ਤੁਹਾਡੀ ਸਪਰਸ਼ਤਾ ਹਾਸਲ ਕਰ ਲਏ, ਤੇ ਭਾਵੇਂ ਤੁਹਾਡੇ ਨਾਮ ਰੂਪੀ ਪਾਰਸ ਨੂੰ ਹਾਸਲ ਕਰ ਲਏ, ਪਰ ਗੁਰੂ ਅੰਗਦ ਦੇ ਪਾਤਸ਼ਾਹ, ਜਿਹੜਾ ਆ ਕੇ ਆ ਸਪਰਸ਼ਤਾ ਤੇ ਤੁਹਾਡਾ ਨਾਮ ਰੂਪੀ ਪਾਰਸ ਹਾਸਲ ਕਰ ਲਏਗਾ ਨਾ, ਉਹ ਜੀਵ ਸਾਰੇ ਦੇ ਸਾਰੇ ਲੁਕਾਈ, ਸਾਰੇ ਦੇ ਸਾਰੇ ਸੰਸਾਰ ਵਿੱਚ ਉਹਦਾ ਵੀ ਸਤ ਰੂਪ ਸੂਰਜ ਪ੍ਰਗਟ ਹੋ ਜਾਏਗਾ। ਮਨ ਉਹ ਵੀ ਸਾਰੇ ਸੰਸਾਰ ਵਿੱਚ ਵਡਿਆਉਣ ਯੋਗ ਬਣ ਜਾਏਗਾ, ਜਿਹੜਾ ਆਪ ਜੀ ਦੇ ਨਾਮ ਦਾ ਸਹਾਰਾ, ਆਪ ਜੀ ਦੇ ਨਾਮ ਦੀ ਸਪਰਸ਼ਤਾ, ਆਪ ਜੀ ਦੇ ਨਾਮ ਰੂਪੀ ਪਾਰਸ ਨੂੰ ਆਪਣੇ ਜੀਵਨ ਵਿੱਚ ਲੈ ਲਵੇਗਾ। ਜਿਹਨੂੰ ਸਤਿਗੁਰੂ ਜੀ ਦੀ ਬਾਣੀ ਵਿੱਚ ਬਾਬਾ ਫਰੀਦ ਜੀ ਨੇ ਆਖਿਆ ਸੀ ਨਾ, ਕਿ ਭਾਈ ਖੇਡ ਹੈ ਆਪਣੇ ਆਪੇ ਨੂੰ ਸਵਾਰਨ ਦੀ। ਜਦੋਂ ਆਪਣੇ ਆਪੇ ਨੂੰ ਸਵਾਰ ਲਿਆ ਜਾਂਦਾ ਤੇ ਕੀ ਹੁੰਦਾ? ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ। ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਜਿਹਨੂੰ ਸਤਿਗੁਰੂ ਪਾਤਸ਼ਾਹ ਆਖਦੇ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਜਦੋਂ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ, ਉਹਦਾ ਚਿੰਤਨ, ਉਹਦੀ ਯਾਦ ਸਾਡੇ ਹਿਰਦਿਆਂ ਵਿੱਚ ਵਸਦੀ ਹੈ, ਤੇ ਸੁਭਾਵਿਕ ਜਿਹੀ ਬਾਤ ਹੈ, ਫਿਰ ਸਾਰੇ ਸੰਸਾਰ ਵਿੱਚ ਜੈ ਜੈਕਾਰ ਉਹ ਅਕਾਲ ਪੁਰਖ ਆਪ ਕਰਵਾਉਣ ਵਾਲਾ। ਵਡਿਆਈ ਤੇ ਉਸੇ ਨੇ ਦਿਵਾਉਣੀ ਨਾ। ਸਾਡਾ ਯਤਨ ਕੋਈ ਨਹੀਂ, ਸਾਡਾ ਕੋਈ ਉਪਰਾਲਾ ਤੇ ਉਦਮ ਸ਼ਾਇਦ ਕੰਮ ਨਾ ਆਵੇ। ਕਿਉਂਕਿ ਜੇ ਆਪਾਂ ਸਮਾਜ ਤੇ ਝਾਤ ਮਾਰਦੇ ਵੇਖਾਂਗੇ ਨਾ, ਤੇ ਕੋਈ ਇਨਸਾਨ, ਕੋਈ ਬੰਦਾ ਐਸਾ ਨਹੀਂ ਜਿਹੜਾ ਇਹ ਕਹਿੰਦਾ ਹੋਵੇ ਕਿ ਸਮਾਜ ਵਿੱਚ ਮੇਰੀ ਇਨਸਲਟ ਹੋਵੇ, ਸਮਾਜ ਵਿੱਚ ਮੇਰੀ ਬੇਇੱਜ਼ਤੀ ਹੋਵੇ। ਹਰ ਬੰਦਾ ਚਾਹੁੰਦਾ ਆਪਣੀ ਇੱਜ਼ਤ ਲੋਚਦਾ ਹੈ, ਹਰ ਬੰਦਾ ਚਾਹੁੰਦਾ ਆਪਣੀ ਵਡਿਆਈ, ਹਰ ਬੰਦਾ ਚਾਹੁੰਦਾ ਆਪਣੀ ਸ਼ੋਭਾ। ਤੇ ਜੇ ਇਨਸਾਨ ਦੇ ਆਪਣੇ ਵੱਸ ਹੋਵੇ ਤੇ ਫਿਰ ਇਨਸਾਨ ਹਮੇਸ਼ਾ ਸ਼ੋਭਾ ਤੇ ਵਡਿਆਈ ਖੱਟੇ,
ਪਰ ਨਹੀਂ, ਸ਼ੋਭਾ ਤੇ ਵਡਿਆਈ ਉਸ ਮਾਲਕ ਦੇ ਹੱਥ ਵਿੱਚ ਹੈ। ਉਹ ਮਾਲਕ ਆਪ ਦਿੰਦਾ ਹੈ ਤੇ ਫਿਰ ਸ਼ੋਭਾ ਮਿਲਦੀ ਜੇ। ਮਾਲਕ ਆਪ ਵਡਿਆਈ ਕਰਵਾਉਂਦਾ ਹੈ ਤੇ ਵਡਿਆਈ ਹੁੰਦੀ ਹੈ। ਮਾਲਕ ਆਪ ਸ਼ੋਭਾ ਕਰਵਾਉਂਦਾ ਹੈ ਤੇ ਸ਼ੋਭਾ ਹੁੰਦੀ ਹੈ। ਜੇ ਮਾਲਕ ਸ਼ੋਭਾ ਨਾ ਕਰਵਾਵੇ ਤੇ ਖਿਆਲ ਕਰਿਓ ਵੱਡਿਆਂ ਤੋਂ ਵੱਡਿਆਂ ਨੂੰ ਵੀ ਉਹ ਮਾਲਕ ਖੇ ਵਿੱਚ ਮਿਲਾ ਕੇ ਰੱਖ ਦਿੰਦਾ ਜੇ, ਚਾਹੇ ਕੋਈ ਜਿਤਨਾ ਮਰਜ਼ੀ ਵੱਡਾ ਹੋ। ਉਸ ਬਾਤ ਤੇ ਇਹ ਹੈ, ਰੱਬ ਕਿਤੇ ਆਪਣੀ ਉਪੱਠੀ ਨਜ਼ਰ ਨਾ ਕਰੇ, ਉਹ ਸਦਾ ਮਿਹਰ ਦੀ ਨਿਗਾਹ ਬਣਾ ਕੇ ਰੱਖੇ, ਕਿਰਪਾ ਦੀ ਨਜ਼ਰ, ਸਵੱਲੀ ਨਜ਼ਰ ਕਰੀ ਰੱਖੇ, ਤੇ ਫਿਰ ਹਰ ਥਾਂ ਉੱਤੇ ਵਡਿਆਈ ਉਹ ਮਾਲਕ ਆਪ ਦਬਾਉਂਦਾ। ਤੇ ਜੇ ਕਿਤੇ ਉਹ ਆਪ ਆਪਣੀ ਨਜ਼ਰ ਉਪੱਠੀ ਕਰਦੇ ਤੇ ਖਿਆਲ ਕਰਿਓ ਜਿੱਥੋਂ ਵਡਿਆਈ ਮਿਲਦੀ ਉੱਥੋਂ ਵੀ ਉਹ ਮਿੰਟਾਂ ਦੇ ਵਿੱਚ ਵਡਿਆਈ ਦੀ ਜਗ੍ਹਾ ਤੇ ਇਨਸਲਟ ਵਾਲੇ ਪਾਸੇ ਲੈ ਆਉਂਦਾ। ਗੁਰੂ ਅੰਗਦ ਦੇ ਪਾਤਸ਼ਾਹ ਜਿਨ੍ਹਾਂ ਨੇ ਤੁਹਾਡੇ ਨਾਮ ਦੀ ਪਾਰਸ ਨੂੰ ਹਾਸਲ ਕੀਤਾ, ਜਿਨ੍ਹਾਂ ਨੇ ਤੁਹਾਡੇ ਨਾਮ ਦੀ ਸਪਰਸ਼ਤਾ ਨੂੰ ਹਾਸਲ ਕੀਤਾ, ਬਸ ਤੁਹਾਡੇ ਨਾਮ ਦੀ ਸਪਰਸ਼ਤਾ ਹੀ ਚਾਹੀਦੀ ਸੀ। ਸਤ ਪ੍ਰਗਟਿਓ ਰਬ ਲੋਏ, ਉਹਨਾਂ ਦਾ ਵੀ ਰਬ ਸਤ ਜਿਹੜਾ ਸੀ ਨਾ, ਸਤ ਰੂਪ ਸੂਰਜ, ਰਬ ਦਾ ਮਤਲਬ ਹੁੰਦਾ ਸੂਰਜ, ਪ੍ਰਗਟਿਓ ਲੋਏ, ਸਾਰੇ ਦੇ ਸਾਰੀ ਲੋਕਾਈ ਦੇ ਵਿੱਚ ਉਹਨਾਂ ਦਾ ਸਤ ਰੂਪ ਸੂਰਜ ਪ੍ਰਗਟ ਹੋ ਗਿਆ। ਤੇ ਫਿਰ ਅਖੀਰ ਵਿੱਚ ਆ ਕੇ ਭੱਟਕਲ ਸਹਾਰ ਜੀ ਕਹਿੰਦੇ, ਦਰਸ਼ਨ ਪਰਸਿਆ ਗੁਰੂ ਕੈ 860 ਮੱਜਣ ਹੋਏ। ਜਿਹੜਾ ਜੀਵ ਗੁਰੂ ਦੇ ਦਰਸ਼ਨ ਪਰਸ ਲੈਂਦਾ ਹੈ ਨਾ, ਮਾਨੋ ਉਹਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ। ਕਿਉਂਕਿ ਜਦੋਂ ਗੁਰਬਾਣੀ ਨੂੰ ਆਪਾਂ ਪੜ੍ਹਦੇ ਆ ਨਾ, ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਜਦੋਂ ਜ਼ਿਕਰ ਕੀਤਾ ਤੇ ਮਾਲਕ ਆਖਦੇ, ਤੀਰਥ ਨਾਵਨ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਹੁਣ ਗੁਰੂ ਦੇ ਦਰਸ਼ਨ 68 ਤੀਰਥਾਂ ਦੀ ਬਰਾਬਰੀ ਦੇ। ਤੇ ਖਿਮਾ ਕਰਿਓ ਮੈਂ ਇਹ ਲਫ਼ਜ਼ ਵਰਤਣ ਲੱਗਿਆ, ਪਰ ਇਹਦੇ ਚ ਕੋਈ ਦੋ ਰਾਵਾਂ ਨਹੀਂ। ਜੇ ਇਹ ਕਹਿ ਲਈਏ ਨਾ ਕਿ 68 ਤੀਰਥਾਂ ਦਾ ਇਸ਼ਨਾਨ ਵੀ ਗੁਰੂ ਦੇ ਦਰਸ਼ਨਾਂ ਦੀ ਬਰਾਬਰੀ ਨਹੀਂ ਜੇ ਕਰ ਸਕਦਾ, ਤੇ ਕੋਈ ਅਤ ਕਥਨੀ ਨਹੀਂ। ਕਿਉਂਕਿ ਜਿਹੜੀਆਂ ਰਹਿਮਤਾਂ ਗੁਰੂ ਦੇ ਦਰ ਤੋਂ ਮਿਲਣੀਆਂ ਨਾ, ਉਹ ਸ਼ਾਇਦ 68 ਤੀਰਥਾਂ ਤੋਂ ਅਸੀਂ ਹਾਸਲ ਨਾ ਕਰ ਸਕੀਏ। ਜਿਹੜੀਆਂ ਬਖਸ਼ਿਸ਼ਾਂ ਗੁਰੂ ਦੇ ਦਰਸ਼ਨ ਕੀਤਿਆਂ, ਗੁਰੂ ਦੇ ਦੀਦਾਰ ਕੀਤਿਆਂ ਮਿਲਣੀਆਂ, ਹੋ ਸਕਦਾ ਉਹ 68 ਤੀਰਥਾਂ ਤੇ ਇਸ਼ਨਾਨ ਕੀਤਿਆਂ ਵੀ ਅਸੀਂ ਸੱਖਣੇ ਰਹਿ ਜਾਈਏ। ਕਿਉਂਕਿ ਬਾਣੀ ਅਟੱਲ ਜੇ, ਤੇ ਬਾਣੀ ਅੰਦਰ ਮਾਲਕ ਨੇ ਜ਼ਿਕਰ ਕਰਦਿਆਂ ਆਖਿਆ, ਕਹਿੰਦੇ ਜੀਵ ਗਿਆ ਤੇ ਨਹਾਉਣ ਵਾਸਤੇ ਇਸ਼ਨਾਨ ਕਰਨ, ਆਪਣੀ ਮੈਲ ਉਤਾਰਨ ਸੀ। ਪਰ ਉੱਥੇ ਜਾ ਕੇ ਇੱਕ ਹੈਰਾਨੀਜਨਕ ਕੌਤਕ ਵਰਤਿਆ ਕਿ ਇੱਕ ਪਾਉ ਲੱਥੀ ਨਹਾਤਿਆਂ, ਦੋਏ ਭਾ ਚੜੀ ਅਸ ਹੋਰ। ਇੱਕ ਤੇ ਉਹਨੇ ਆਪਣੀ ਮੈਲ ਨੂੰ ਲਾਉਣ ਦੀ ਕੋਸ਼ਿਸ਼ ਕੀਤੀ, ਤੇ ਹੋ ਸਕਦਾ ਇੱਕ ਵਾਰੀ ਉਹਦੀ ਮੈਲ ਲੱਥ ਵੀ ਗਈ ਹੋਵੇ, ਪਰ ਉੱਥੋਂ ਇਹ ਭੁੱਲ ਗਿਆ ਕਿ ਮੈਂ ਜਿੰਨੀ ਕੁ ਲਾ ਕੇ ਆਇਆ ਉਦੋਂ ਦੁੱਗਣੀ ਤੇ ਮੈਂ ਨਾਲ ਲੈ ਕੇ ਆਇਆ, ਮੈਂ ਤੇ ਪਵਿੱਤਰਤਾ ਹਾਸਲ ਹੀ ਨਹੀਂ ਕੀਤੀ। ਤੇ ਗੁਰੂ ਦੇ ਦਰਸ਼ਨ, ਹੁਣ ਗੁਰੂ ਦੇ ਦੀਦਾਰ ਜਦੋਂ ਆ ਕੇ ਕਰਾਂਗੇ, 68 ਤੀਰਥਾਂ ਦੀ ਬਰਾਬਰੀ ਸਤਿਗੁਰੂ ਪਾਤਸ਼ਾਹ ਜੀ ਦੀ ਸ਼ੋਭਾ ਵਿੱਚ। ਭੱਟਕਲ ਜੀ ਕਹਿੰਦੇ ਵੀ 68 ਤੀਰਥਾਂ ਦਾ ਇਸ਼ਨਾਨ ਹੈ ਸਤਿਗੁਰੂ ਦੇ ਦਰਸ਼ਨ ਕਰ ਲੈਣੇ। ਕਿਉਂਕਿ ਗੁਰੂ ਦੇ ਦਰ ਤੇ ਆਵਾਂਗੇ, ਸਤਿਗੁਰੂ ਦੇ ਦਰਸ਼ਨ ਅੱਖਾਂ ਨਾਲ ਕਰਾਂਗੇ, ਮਾਲਕ ਜੀ ਦੇ ਚਰਨਾਂ ਤੇ ਸਪਰਸ਼ਤਾ, ਸਤਿਗੁਰੂ ਦੇ ਚਰਨਾਂ ਤੇ ਮਸਤਕ ਵੀ ਰੱਖਾਂਗੇ, ਹੱਥ ਵੀ ਲਾਵਾਂਗੇ ਮਾਲਕ ਦੇ ਚਰਨਾਂ ਨਾਲ। ਤੇ ਜਦੋਂ ਸਤਿਗੁਰੂ ਦੀ ਸਪਰਸ਼ਤਾ ਸਾਨੂੰ ਮਿਲੇਗੀ, ਸਾਡੇ ਹੱਥਾਂ ਨੂੰ, ਕਰ ਕਮਲਾਂ ਨੂੰ ਸਪਰਸ਼ਤਾ, ਸਾਡੇ ਮਸਤਕ ਨੂੰ ਸਪਰਸ਼ਤਾ ਮਿਲੇਗੀ, ਨੇਤਰ ਗੁਰੂ ਦੇ ਦਰਸ਼ਨ ਕਰਨਗੇ। ਨੇਤਰ ਵੀ ਸਤਿਗੁਰੂ ਦੇ ਦਰਸ਼ਨ ਕਰਦਿਆਂ ਪਾਕ ਤੇ ਪਵਿੱਤਰ। ਜਦੋਂ ਮਸਤਕ ਗੁਰੂ ਦੇ ਚਰਨਾਂ 'ਚ ਰੱਖਾਂਗੇ, ਮਸਤਕ ਵੀ ਪਾਕ ਤੇ ਪਵਿੱਤਰ। ਜਦੋਂ ਹੱਥ ਗੁਰੂ ਦੇ ਚਰਨਾਂ ਨੂੰ ਲੱਗਣਗੇ, ਹੱਥ ਵੀ ਪਾਕ ਤੇ ਪਵਿੱਤਰ। ਤੇ ਖਿਆਲ ਕਰਿਓ, ਜਦੋਂ ਗੁਰੂ ਦੇ ਉਪਦੇਸ਼ ਆਪਣੇ ਕੰਨਾਂ ਨਾਲ ਸੁਣਾਂਗੇ, ਕੰਨ ਵੀ ਪਾਕ ਤੇ ਪਵਿੱਤਰ ਹੋ ਜਾਣਗੇ। ਤੇ ਜਦੋਂ ਆਪਣੇ ਪੈਰਾਂ ਨਾਲ ਚੱਲ ਕੇ ਗੁਰੂ ਪਾਤਸ਼ਾਹ ਦੇ ਦਰ ਵੱਲ ਆਉਨੇ ਆ, ਤੇ ਸਾਡੇ ਚਰਨ ਪੈਰ ਵੀ ਪਾਕ ਤੇ ਪਵਿੱਤਰ ਹੋ ਜਾਂਦੇ ਨੇ। ਤੇ ਮਾਲਕ ਜੀ ਦੇ ਦਰ ਤੇ ਆ ਕੇ ਜਦੋਂ ਸਤਿਗੁਰੂ ਦੇ ਉਪਦੇਸ਼ ਨੂੰ ਸੁਣਦੇ ਆ, ਆਪਣੇ ਜੀਵਨ ਵਿੱਚ ਕਮਾਉਣ ਲੱਗ ਜਾਈਦਾ, ਤੇ ਫਿਰ ਸਾਰੇ ਦਾ ਸਾਰਾ ਜੀਵ ਹੀ ਪਾਕ ਤੇ ਪਵਿੱਤਰ ਹੋ ਜਾਂਦਾ ਹੈ। 68 ਤੀਰਥਾਂ ਦਾ ਇਸ਼ਨਾਨ ਵੀ ਕੀ ਬਰਾਬਰੀ ਕਰੇਗਾ ਆ ਕੇ ਕੀਤੇ ਗੁਰੂ ਪਾਤਸ਼ਾਹ ਦੇ
ਦਰਸ਼ਨਾਂ ਦੀ। ਹੁਣ ਦਰਸ਼ਨ ਕਰਨੇ ਸਤਿਗੁਰੂ ਜੀ ਦੇ ਦਰ ਤੇ ਆ ਕੇ ਤੇ ਮਾਲਕ ਜੀ ਦੀ ਬਖਸ਼ਿਸ਼ ਨੂੰ ਹਾਸਲ ਕਰਨਾ। ਕਿਉਂਕਿ ਦਰਸ਼ਨ ਕਰਿਆ ਸਤਿਗੁਰੂ ਪਾਤਸ਼ਾਹ ਜੀ ਆਖਦੇ ਨਾ, ਅਗਾਂਹ ਜਾ ਕੇ ਇਹਨਾਂ ਸਾਰੇ ਪਾਵਨ ਬਚਨਾਂ ਨੂੰ ਬੜੇ ਪ੍ਰਤੱਖ ਰੂਪ ਵਿੱਚ ਭੱਟ ਜੀ ਨੇ ਜ਼ਿਕਰ ਕਰਨਾ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਤੇ ਕੀ 68 ਤੀਰਥ ਸਾਡਾ ਜਨਮ ਤੇ ਮਰਨ ਕੱਟ ਦੇਣਗੇ? ਇੱਕ ਸਵਾਲ ਹੈ ਕਿ 68 ਤੀਰਥਾਂ ਉੱਤੇ ਇਸ਼ਨਾਨ ਕੀਤਾ ਹੋਇਆ ਸਾਡਾ ਜਨਮ ਤੇ ਮਰਨ ਕੱਟ ਦੇਗਾ? ਜੇ 68 ਤੀਰਥਾਂ ਉੱਤੇ ਕੀਤਾ ਹੋਇਆ ਇਸ਼ਨਾਨ ਜਨਮ ਤੇ ਮਰਨ ਕੱਟਦਾ, ਅਗਾਂਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਪ੍ਰਤੀ ਜੋ ਭੱਟ ਸਾਹਿਬਾਨਾਂ ਨੇ ਬਚਨ ਉਚਾਰੇ ਉਹ ਵੀ ਆਪਾਂ ਵਿਚਾਰਨੇ ਨੇ। ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜਾਂਦੇ ਹੀ ਰਹੇ ਤੀਰਥਾਂ ਤੇ। 62 ਸਾਲ ਤੋਂ ਪਹਿਲਾਂ ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰ ਤੇ ਆਉਣ ਤੋਂ ਪਹਿਲਾਂ ਗੁਰੂ ਅਮਰਦਾਸ ਪਾਤਸ਼ਾਹ ਕਿੱਥੇ ਜਾਂਦੇ ਰਹੇ? ਤੀਰਥ ਸਥਾਨਾਂ ਤੇ। ਤੇ ਕੀ ਮਨ ਨੂੰ ਸਕੂਨ ਸੀ, ਮਨ ਨੂੰ ਸਬਰ ਸੀ ਕਿ ਜੋ ਸ਼ਾਂਤੀ ਹਿਰਦੇ ਨੂੰ ਚਾਹੀਦੀ ਸੀ ਉਹ ਮਿਲੀ? ਨਹੀਂ। ਜਿੱਦਣ ਚੱਲ ਕੇ ਗੁਰੂ ਦੇ ਦਰ ਤੇ ਆ ਗਏ ਉਦਣ ਸਾਰੇ ਤੀਰਥ ਵੀ ਛੱਡਤੇ। ਉਦਣ ਕਿਹਾ ਹੀ ਨਹੀਂ ਵੀ ਮੈਂ 68 ਤੀਰਥਾਂ ਤੇ ਜਾਣਾ, ਜਾਂ ਉਦਣ ਇਹ ਨਹੀਂ ਆਖਿਆ ਵੀ ਮੈਂ ਹੁਣ ਵੀ 68 ਤੀਰਥਾਂ ਉੱਤੇ ਇਸ਼ਨਾਨ ਕਰਨਾ ਚਾਹੁੰਦਾ, ਜਾਂ ਅੱਜ ਵੀ 68 ਤੀਰਥਾਂ ਉੱਤੇ ਜਾਣ ਦੀ ਲਾਲਸ ਹੈ। ਔਰ ਵੇਖੋ ਹੈਰਾਨੀਜਨਕ ਬਾਤ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰਤਾ ਗੱਦੀ ਉੱਤੇ ਸੁਭਾਏਮਾਨ ਹੋਣ ਤੋਂ ਪਹਿਲਾਂ, ਗੁਰੂ ਅੰਗਦ ਦੇ ਪਾਤਸ਼ਾਹ ਦੇ ਦਰ ਤੇ ਆਉਣ ਤੋਂ ਪਹਿਲਾਂ ਤੀਰਥਾਂ ਤੇ ਜਾਂਦੇ ਇਸ਼ਨਾਨ ਕਰਨ ਵਾਸਤੇ। ਉੱਥੇ ਜਾ ਕੇ ਇਸ਼ਨਾਨ ਕਰਦੇ, ਆਪ ਵੀ ਜਾਂਦੇ, ਹੋਰਨਾਂ ਨੂੰ ਨਾਲ ਲੈ ਕੇ ਜਾਂਦੇ, ਇਸ਼ਨਾਨ ਕਰਕੇ ਪਰਤ ਆਉਂਦੇ। ਪਰ ਜੋ ਮਨ ਨੂੰ ਸਕੂਨ ਚਾਹੀਦਾ ਉਹ ਨਹੀਂ ਮਿਲਿਆ। ਫਿਰ ਗੁਰੂ ਅੰਗਦ ਦੇ ਪਾਤਸ਼ਾਹ ਦੀ ਸੰਗਤ ਮਿਲੀ, ਸੰਗ ਮਿਲਿਆ। ਸਤਿਗੁਰੂ ਦਾ ਸੰਗ ਕਰਦਿਆਂ ਹੋਇਆਂ ਜੀਵਨ ਬਦਲ ਗਿਆ, ਮਨ ਨੂੰ ਸਕੂਨ ਮਿਲ ਗਿਆ, ਮਨ ਨੂੰ ਤ੍ਰਿਪਤੀ ਮਿਲੀ। ਤੇ ਮਨ ਨੂੰ ਤ੍ਰਿਪਤੀ ਐਸੀ ਮਿਲੀ, ਜੀਵਨ ਬਦਲ ਗਿਆ। ਇੱਕ ਦਿਨ ਐਸਾ ਆਇਆ ਗੁਰਤਾ ਗੱਦੀ ਦੇ ਮਾਲਕ ਬਣ ਗਏ। ਗੁਰਤਾ ਗੱਦੀ ਦੇ ਮਾਲਕ ਬਣਨ ਤੋਂ ਬਾਅਦ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਫਿਰ ਤੀਰਥ ਸਥਾਨਾਂ ਤੇ ਜਾਂਦੇ ਨੇ। ਖਿਆਲ ਕਰਿਓ, ਫਿਰ ਤੀਰਥ ਸਥਾਨਾਂ ਤੇ ਗਏ। ਪਹਿਲੋਂ ਜਾਂਦੇ ਸਨ ਇਸ਼ਨਾਨ ਕਰਨ, ਤੇ ਹੁਣ ਗਏ ਨੇ ਜਿਹੜੇ ਇਸ਼ਨਾਨ ਕਰਨ ਜਾਂਦੇ ਉਹਨਾਂ ਨੂੰ ਸਮਝਾਉਣ, ਉਹ ਦੁਨੀਆ ਦੇ ਲੋਕੋ, ਜੇ ਇੱਥੇ ਇਸ਼ਨਾਨ ਕਰਕੇ ਤੁਸੀਂ ਇਹ ਸੋਚਦੇ ਹੋ ਨਾ ਕਿ ਅਸੀਂ ਪਾਕ ਤੇ ਪਵਿੱਤਰ ਹੋ ਜਾਾਂਗੇ ਤੇ ਕਰ ਮੈਂ ਵੀ ਬਹੁਤ ਛੱਡੇ, ਪਰ ਅਸਲ ਦੇ ਅੰਦਰ ਜਦੋਂ ਉਪਦੇਸ਼ ਅਸੀਂ ਗੁਰੂ ਦਾ ਕਮਾਉਨੇ ਆ, ਜੀਵਨ ਦੇ ਅੰਦਰ ਪਾਕਤਾ ਤੇ ਪਵਿੱਤਰਤਾ ਆਉਂਦੀ ਹੋਈ ਉਸ ਦਿਨ ਹੈ ਜਿੱਦਣ ਗੁਰੂ ਦਾ ਉਪਦੇਸ਼ ਕਮਾਉਣ ਦੀ ਜਾਂਚ ਆ ਜਾਂਦੀ ਹੈ। ਬਸ ਗੁਰੂ ਦੇ ਦਰਸ਼ਨ ਕੀਤੇ ਤੇ 68 ਤੀਰਥਾਂ ਦੇ ਇਸ਼ਨਾਨ ਸਤਿਗੁਰੂ ਪਾਤਸ਼ਾਹ ਕਹਿੰਦੇ, ਸਤਿਗੁਰੂ ਦੀ ਸ਼ੋਭਾ ਕਰਦੇ ਆ ਭੱਟ ਕਲ ਜੀ ਕਿ ਦਰਸ਼ਨ ਪਰਸਿਆ ਗੁਰੂ ਕੈ, ਗੁਰੂ ਦੇ ਦਰਸ਼ਨ ਪਰਸਦਿਆਂ 860 ਮੱਜਣ ਹੋਏ। 68 ਤੀਰਥਾਂ ਦਾ ਇਸ਼ਨਾਨ ਜੀਵ ਹਾਸਲ ਕਰ ਲੈਂਦਾ। ਮਤਲਬ ਇਉਂ ਕਹਿ ਲੋ, ਉਹਨਾਂ ਪੁੰਨ ਜਿੰਨਾ ਮੰਨਿਆ ਜਾਂਦਾ ਕਿ 68 ਤੀਰਥਾਂ ਦੇ ਉੱਤੇ ਇਸ਼ਨਾਨ ਕੀਤਿਆਂ ਮਿਲਦਾ ਹੈ, ਜੇ ਕਿਤੇ ਗੁਰੂ ਦੇ ਦਰਸ਼ਨ ਦੀਦਾਰ ਜੀਵ ਹਿਰਦੇ ਕਰਕੇ ਕਰ ਲਏ, ਸੁਰਤ ਕਰਕੇ ਕਰ ਲਏ, ਤੇ 68 ਤੀਰਥਾਂ ਤੋਂ ਵੀ ਕਿਤੇ ਜ਼ਿਆਦਾ ਪੁੰਨ ਗੁਰੂ ਦੇ ਦਰਸ਼ਨ ਕੀਤਿਆਂ ਜੀਵ ਨੂੰ ਮਿਲਦਾ ਹੈ। ਸਤਿਗੁਰੂ ਰਹਿਮਤ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਮਾਲਕ ਪਾਤਸ਼ਾਹ ਆਪ ਆਪਣਾ ਮਿਹਰ ਭਰਿਆ, ਬਖਸ਼ਿਸ਼ ਭਰਿਆ ਹੱਥ ਰੱਖਣ। ਕਿਤੇ ਸਤਿਗੁਰੂ ਜੀ ਦੀ ਮਿਹਰ ਦੇ ਸਦਕਾ, ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ ਸਾਨੂੰ ਵੀ ਸੁਰਤਾਂ ਕਰਕੇ, ਆਪਣੀ ਸੁਰਤ ਕਰਕੇ, ਆਪਣੇ ਹਿਰਦੇ ਕਰਕੇ ਗੁਰੂ ਪਾਤਸ਼ਾਹ ਦੇ ਦਰਸ਼ਨ ਤੇ ਦੀਦਾਰ ਕਰਨ ਦੀ ਜਾਂਚ ਆ ਜਾਏ, ਤਾਂ ਜੋ ਅਸੀਂ ਵੀ ਆਪਣੇ ਜੀਵਨ ਦੇ ਅੰਦਰ ਆਪਣੇ ਕਰਮਾਂ ਤੋਂ ਛੁਟਕਾਰਾ ਪਾ ਕੇ ਗੁਰੂ ਦੇ ਦਰ ਤੇ ਪ੍ਰਵਾਨੇ ਜਾਈਏ। ਤੇ ਸਤਿਗੁਰੂ ਅੱਗੇ ਹਰ ਵਕਤ ਅਰਜ਼ੋਈ ਤੇ ਅਰਦਾਸ ਜ਼ਰੂਰ ਕਰਦੇ ਰਿਹਾ ਕਰੋ, ਮਾਲਕ ਪਾਤਸ਼ਾਹ ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ।
ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਮਿਹਰ ਕਰਨ, ਸਾਡੇ ਸਭਨਾਂ ਦੀਆਂ ਝੋਲੀਆਂ ਆਪਣੀਆਂ ਬਖਸ਼ਿਸ਼ਾਂ ਰਹਿਮਤਾਂ ਦੇ ਨਾਲ ਭਰਨ। ਗੁਰਸਿੱਖੀ ਜੀਵਨ ਤੇ ਨਾਮ ਦੀਆਂ ਦਾਤਾਂ ਸਾਡੀਆਂ ਝੋਲੀਆਂ ਵਿੱਚ ਪਾਉਣ। ਆਓ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਨੂੰ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਨਾਮ ਪਰਸ ਜਿਨ ਪਾਇਓ, ਸਤ ਪ੍ਰਗਟਿਓ ਰਵ ਲੋਏ। ਦਰਸ਼ਨ ਪਰਸੈ ਗੁਰੂ ਕੈ, 860 ਮੱਜਨ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ